ਆਪਾਂ ਅੱਜ ਸ਼ਬਦ ਦੀ ਵਿਚਾਰ ਕਰਨੀ ਹੈ। ਇਹ ਸ਼ਬਦ ਜਿਹੜਾ ਹੈ ਮਹੱਲੇ ਪਹਿਲੇ ਦਾ ਉਚਾਰਿਆ ਹੋਇਆ ਹੈ ਤੇ ਪੋਥੀ ਪਰਮੇਸ਼ਰ ਕਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 155 ਤੇ ਦਰਜ ਹੈ। अवर पंच हम एक जना, क्यों राखो घर बार मना, मारे लूटे नीत नीत, किस आगे करी पुकार जना, श्री राम नामा उच्चर मना, आगे जम दल बिखम घना, रहाओ उसार मडोली राखे द्वारा, भीतर बैठी साधना, अमृत केल करे नित कामन, अवर लुटेन सो पंच जना, ढाए मडोली लुट ਸੋ ਸਭ ਤੋਂ ਪਹਿਲਾਂ ਰਹਾਉ ਦੀ ਤੁਕ। ਜਿਸ ਤਰ੍ਹਾਂ ਸ਼ਬਦ ਦੀ ਵਿਚਾਰ ਚੱਲੇਗੀ, ਫਿਰ ਸ਼ਬਦ ਦਾ ਪਹਿਲਾ ਅੰਕ, ਫਿਰ ਰਹਾਉ, ਫਿਰ ਦੂਸਰਾ ਅੰਕ, ਫਿਰ ਰਹਾਉ, ਫਿਰ ਤੀਸਰਾ ਅੰਕ, ਫਿਰ ਰਹਾਉ, ਫਿਰ ਚੌਥਾ ਅੰਕ, ਫਿਰ ਰਹਾਉ। ਜਿਸ ਤਰ੍ਹਾਂ ਇਹ ਸਾਡੇ ਕੋਲ ਸੌਫਟਵੇਅਰਸ ਅਵੇਲੇਬਲ ਨੇ, ਸਿੱਖੀ ਟੂ ਦਾ ਮੈਕਸ ਬੜਾ ਅੱਛਾ ਸੌਫਟਵੇਅਰ ਹੈ। ਬਾਣੀ ਇੱਥੇ ਦੇਖੋ ਲੜੀਵਾਰ ਚੱਲ ਰਹੀ ਹੈ, ਬੜੇ ਧਿਆਨ ਦੇ ਨਾਲ ਆਪਾਂ ਉਹ ਪੜ੍ਹਨੀ ਹੁੰਦੀ ਹੈ। ਇਸੇ ਸਰੂਪ ਦੇ ਵਿੱਚ ਸਾਨੂੰ ਗੁਰੂ ਸਾਹਿਬਾਨਾਂ ਨੇ ਬਾਣੀ ਲਿਖ ਕੇ ਦਿੱਤੀ ਹੈ। ਔਰ ਬੜਾ ਸੋਹਣਾ ਉਪਰਾਲਾ ਹੈ। ਜਿੱਥੇ ਨਹੀਂ ਪਤਾ ਲੱਗ ਰਿਹਾ, ਜਿੱਥੇ ਸਪੇਸ ਆਉਣੀ ਹੈ, ਵਿਸਰਾਮ ਆਉਣਾ, ਉੱਥੇ ਅੱਖਰ ਨੂੰ ਰੰਗ ਦੇ ਦਿੱਤਾ ਗਿਆ। ਬਾਕੀ ਸਾਰੀ ਲਾਈਨ ਕਾਲੀ ਹੈ, ਲੇਕਿਨ ਉੱਥੇ ਅੱਖਰ ਨੂੰ ਰੰਗ ਦਿੱਤਾ ਗਿਆ। ਅਵਰ ਪੰਚ ਹਮ ਏਕ जना, विश्राम क्यों राखो घर बार मना। श्री राम नामा उच्चर मना, आगे जम दल बिखम घना। मैं आप सुनिया रागी सिंह कह दिंदे आ जी, बड़ी भयानक बाणी लिखी है। ये लफज होंदे उन्हां दे मूँह ते, लेकिन बाणी कदे भी भयानक नहीं है। बाणी हमेशा अमृत धार है, हमारी प्यारी अमृत धारी। इस बाणी चों आपां अमृत कढना। सारे शब्द बहुत स्वादले ने और सानू ਜਿਹੜੇ ਪਾਸੇ ਲਾਉਂਦੇ ਨੇ, ਆਪਾਂ ਉਸ ਪਾਸੇ ਲੱਗਣ ਦੀ ਕੋਸ਼ਿਸ਼ ਕਰਨੀ ਹੈ। ਇਸੇ ਕਰਕੇ ਅਸੀਂ ਇੱਕ ਬੈਠਕ ਦੇ ਵਿੱਚ ਇੱਕ ਸ਼ਬਦ ਪੜ੍ਹੀਦਾ ਆਰਾਮ ਨਾਲ, ਔਰ ਉਹਦੇ ਸ਼ਬਦ ਦੀ ਮਰਿਆਦਾ ਦੇ ਅੰਦਰ, ਸ਼ਬਦ ਦੇ ਘੇਰੇ ਦੇ ਅੰਦਰ ਰਹੀਦਾ। ਸੋ ਬਾਬਾ ਨਾਨਕ ਇੱਥੇ ਕਹਿ ਰਿਹਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਪਣੇ ਮਨ ਨੂੰ ਕਹਿ ਰਹੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬਾਨ ਨੇ ਸਾਡੇ ਥਾਂ ਹੋ ਕੇ ਬਾਣੀ ਲਿਖੀ ਹੈ, ਸਾਨੂੰ ਸਮਝਾਉਣ ਵਾਸਤੇ ਸਾਡੇ ਥਾਂ ਹੋ ਕੇ ਬਾਣੀ ਲਿਖੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਐਸੀ ਅਕਾਲ ਜੋਤ, ਐਸੀ ਉਹ
ਪ੍ਰਭੂ ਦੀ ਜੋਤ ਸਨ। ਜਿੱਥੋਂ ਉਹਨਾਂ ਨੇ ਇਸ ਗਿਆਨ ਦੀ ਸ਼ੁਰੂਆਤ ਕੀਤੀ ਹੈ। ਕਈ ਵਿਦਵਾਨ ਕਹਿੰਦੇ ਨੇ ਜੀ ਬਾਬਾ ਨਾਮਦੇਵ ਜੀ 200 ਸਾਲ ਪਹਿਲਾਂ ਹੋਏ ਨੇ, ਭਗਤ ਕਬੀਰ ਜੀ 200 ਸਾਲ ਪਹਿਲਾਂ ਹੋਏ ਨੇ। ਠੀਕ ਹੈ, ਉਹ 200 ਸਾਲ ਪਹਿਲਾਂ ਹੋਏ ਨੇ, ਅਸੀਂ ਮੰਨਦੇ ਹਾਂ, ਲੇਕਿਨ ਇਸ ਗਿਆਨ ਦੀ ਜਿਹੜੀ ਸ਼ੁਰੂਆਤ ਹੈ ਉਹ ਬਾਬਾ ਨਾਨਕ ਆਪ ਕਰ ਰਹੇ ਹੈ। ਔਰ ਅਸੀਂ ਸ਼ਬਦਾਂ ਰਾਹੀਂ ਇਹ ਸਿੱਧ ਕਰਾਂਗੇ, ਗੁਰਬਾਣੀ ਰਾਹੀਂ ਇਹ ਸ਼ਬਦ ਲੈ ਕੇ ਪ੍ਰੂਵ ਕਰਾਂਗੇ ਕਿ ਗੁਰੂ ਨਾਨਕ ਨੇ ਹੀ ਸਾਰੇ ਭਗਤਾਂ ਨੂੰ ਇਹ ਅੱਖਰ ਦਿੱਤੇ ਨੇ ਕਰਮਖੰਡ ਦੇ ਵਿੱਚ, ਕਿਉਂਕਿ ਇਹ ਭਗਤ ਜਨ ਜਿੰਨੇ ਨੇ ਸਾਰੇ ਕਰਮਖੰਡ ਦੇ ਵਾਸੀ ਨੇ। ਉੱਥੇ ਗੁਰੂ ਨਾਨਕ ਪਾਤਸ਼ਾਹ ਉੱਥੋਂ ਲੰਘ ਕੇ ਅਗਾਂਹ ਸੱਚਖੰਡ ਜਾਂਦੇ ਸਨ। ਸੋ ਇਹ ਆਤਮਿਕ ਲੈਵਲ ਦੀਆਂ ਗੱਲਾਂ ਨੇ। ਇਹ ਆਪਾਂ ਹੌਲੀ ਹੌਲੀ ਅਗਾਂਹ ਜਾ ਕੇ ਜਿਉਂ-ਜਿਉਂ ਆਪਾਂ ਸਿੱਖੀ ਜਾਵਾਂਗੇ, ਤਿਉਂ-ਤਿਉਂ ਇਹ ਵਿਚਾਰ ਆਪਾਂ ਸ਼ਬਦਾਂ ਰਾਹੀਂ ਕੱਢਾਂਗੇ ਘੋਖ ਕੇ। ਦੂਸਰਾ, ਅੱਖਰ ਨਾਨਕ ਕਥੈਓ ਆਪੇ। ਇਹ ਅੱਖਰ ਗੁਰਮੁਖੀ ਲਿਪੀ ਦੇ ਗੁਰੂ ਨਾਨਕ ਨੇ ਆਪ ਘੜੇ ਨੇ ਔਰ ਸਾਨੂੰ ਦਿੱਤੇ ਨੇ। ਔਰ ਜਿਹੜਾ ਵੀ ਵਿਚਾਰ ਉਹਨਾਂ ਕੋਲ ਆਇਆ ਉਹਨਾਂ ਨੇ ਸਾਨੂੰ ਰਿਟਨ ਵਿੱਚ ਦਿੱਤਾ, ਲਿਖ ਕੇ ਦਿੱਤਾ। ਸੋ ਆਓ ਆਪਾਂ ਜੁੜੀਏ ਔਰ ਕੋਸ਼ਿਸ਼ ਕਰੀਏ ਸਕਰੀਨ ਤੇ ਦਰਸ਼ਨ ਕਰਨੇ ਨੇ ਗੁਰਬਾਣੀ ਦੇ। ਜਿੰਨਾ ਮੀਨਿੰਗ ਸਾਹਮਣੇ ਲਿਖਿਆ ਉਹ ਵੀ ਪੜ੍ਹਨਾ ਔਰ ਆਪਾਂ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਨਾ। ਕਹਿੰਦੇ ਹੇ ਮੇਰੇ ਮਨ, ਤੂੰ ਅਕਾਲ ਪੁਰਖ ਦਾ ਨਾਮ ਆਪਣੀ ਰਸਨਾ ਦੇ ਨਾਲ ਉਚਾਰ। ਕੀ ਕਾਰਨ ਕੀ ਹੈ, ਨਾਮ ਕਿਉਂ ਉਚਾਰਨਾ? ਕਹਿੰਦੇ ਆਗੇ ਜਮ ਦਲ, ਇੱਕ ਅੱਧਾ ਨਹੀਂ ਹੈ, ਪੂਰੀ ਫੌਜ ਹੈ ਉਹਨਾਂ ਦੀ। ਬਿਖਮ ਕਨਾ, ਬੜਾ ਕਹਿੰਦੇ ਉਹ ਭਿਆਨਕ ਦਲ ਹੈ ਜਮ ਦਾ, ਜਿਨ੍ਹਾਂ ਦਾ ਸਾਹਮਣਾ ਸਾਨੂੰ ਕਰਨਾ ਪੈਣਾ। ਹਲੇ ਇਸ ਚੀਜ਼ ਨੂੰ ਅਸੀਂ ਇੰਨਾ ਰੱਖਾਂਗੇ, ਕਿਉਂਕਿ ਮੈਂ ਜਿੱਦਾਂ ਬੇਨਤੀ ਕਰ ਰਿਹਾ ਕਿ ਅੱਗੇ ਅੱਗੇ ਜਿਸ ਤਰ੍ਹਾਂ ਸ਼ਬਦ ਸਾਡੇ ਕੋਲ ਆਉਣਗੇ ਉੱਦਾਂ ਕਾਫੀ ਚੀਜ਼ਾਂ ਖੁੱਲ੍ਹ ਜਾਣਗੀਆਂ। ਇੱਕ ਤਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰੂ ਅਰਜਨ ਪਾਤਸ਼ਾਹ, ਕਹਿੰਦੇ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ। ਕਹਿੰਦੇ ਪ੍ਰਮਾਤਮਾ ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਦਿਸ਼ਾਵਾਂ ਦੇ ਵਿੱਚ ਚੌਂ ਪਾਸੇ ਦੌੜਦਾ ਫਿਰਦਾ। ਪੰਜ ਸਤਾਵੇਂ ਦੂਤ ਕਵਨ ਬਿਦ ਮਾਰਨੇ। ਮੈਂ ਦੱਸਿਆ ਵੀ ਗੁਰੂ ਸਾਹਿਬਾਨ ਪੂਰਨ ਸਨ, ਉਹਨਾਂ ਨੇ ਸਾਡੇ ਥਾਂ ਹੋ ਕੇ ਬਾਣੀ ਲਿਖੀ ਹੈ। ਕਹਿੰਦੇ ਪੰਜ ਸਤਾਵੇਂ ਦੂਤ, ਕਹਿੰਦੇ ਪੰਜ ਵੈਰੀ ਜਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬੜਾ ਤੰਗ ਕਰਦੇ ਹੈ। ਇਹਨਾਂ ਨੂੰ ਕਿਸ ਤਰੀਕੇ ਨਾਲ ਮਾਰਿਆ ਜਾਏ? ਸਾਈਨ ਆਫ ਇੰਟਰੋਗੇਸ਼ਨ। ਕਵਨ ਵਿਦ, ਕਿਵੇਂ ਇਹਨਾਂ ਨੂੰ ਮਾਰਿਆ ਜਾਏ? ਕਿੰਨੀ ਸੋਹਣੀ ਗੁਰਬਾਣੀ, ਕਿੰਨੀ ਕਿਆ ਵਿਧੀ ਦੇ ਨਾਲ ਗੁਰਬਾਣੀ ਲਿਖੀ ਹੈ।
धावो दशा अनेक प्रेम प्रभ कारणे। और बड़ी सिंपल है, सिर्फ खोजी जन अभ्यासी जन इनू प्रेम दे नाल पढ़न और ਇਹਦੇ ਤੇ ਹੌਲੀ ਹੌਲੀ ਅਮਲ ਕਰਨ ਦੀ ਕੋਸ਼ਿਸ਼ ਕਰਨ। ਇਹ ਗੁਰਬਾਣੀ ਸਾਨੂੰ ਆਪਣੇ ਆਪ ਜਿਹੜੀ ਹੈ ਸਮਝ ਆਉਣੀ ਸ਼ੁਰੂ ਹੋ ਜਾਣੀ ਹੈ। ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇਂ ਦੂਤ ਕਵਨ ਵਿਦ ਮਾਰਣੇ। ਨਾਲ ਹੀ ਜਵਾਬ ਦਿੰਦੇ ਨੇ ਪਾਤਸ਼ਾਹ, ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਕਹਿੰਦੇ ਇਹਨਾਂ ਨੂੰ ਮਾਰਨ ਦਾ ਤਰੀਕਾ ਇੱਕੋ ਹੀ ਹੈ, ਇਹਨਾਂ ਨੂੰ ਨਾਮ ਦੇ ਤੀਰ ਦੇ ਨਾਲ ਢਾਇਆ ਜਾ ਸਕਦਾ। ਕਹਿੰਦੇ ਆਪਣਾ ਜਿਹੜਾ ਧਨੁਖ ਹੈ ਉਹ ਤਕੜਾ ਕਰ, ਤਿੱਖਾ ਜਿਹਾ ਤੀਰ ਚਲਾ, ਜਿਹਦੇ ਨਾਲ ਇਹ ਪੰਜ ਜਿਹੜੇ ਆ ਇਹਨਾਂ ਨੂੰ ਮਾਰ ਹੀ ਸਿੱਟ। ਉਹ ਤੀਰ ਅਸੀਂ ਕਿਸ ਤਰ੍ਹਾਂ ਚਲਾਉਣਾ, ਉਹ ਧਨੁਖ ਕਿਹੜਾ, ਨਾਮ ਪ੍ਰਭ ਧਿਆਈ ਹੈ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ। ਫਿਰ ਅੱਗੇ ਦੱਸਦੇ ਹੈ, ਕਹਿੰਦੇ ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਹੈ। ਇਹ ਜਿਹੜੇ ਵੱਡੇ ਝਗੜਾਲੂ, ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪੂਰਨ ਗੁਰ ਪਾਈ ਹੈ। ਜਦੋਂ ਪੂਰਾ ਗੁਰੂ ਲੱਭ ਪੈਂਦਾ, ਉਹਦੀ ਮਦਦ ਦੇ ਨਾਲ, ਉਹਦੀ ਸਹਾਇਤਾ ਦੇ ਨਾਲ ਇਹਨਾਂ ਵੱਡੇ ਝਗੜਾਲੂਆਂ ਦਾ, ਇਹਨਾਂ ਵੱਡੇ ਦੁਸ਼ਮਣਾਂ ਦਾ ਅਸੀਂ ਨਾਸ਼ ਕਰ ਸਕਦੇ ਹਾਂ। ਪਿਛਲੀ ਦਫਾ ਗੱਲ ਜਿਹੜੀ ਪੂਰੇ ਗੁਰੂ ਦੀ ਆਈ ਸੀ, ਸੋ ਇੱਥੇ ਪੂਰਨ ਗੁਰ ਜਿਹੜਾ ਹੈ, ਜਿਹੜੀ ਆਪਾਂ ਐਗਜ਼ਾਮਪਲ ਨਾਲ ਲੈ ਰਹੇ ਹਾਂ, ਉਹਦੇ ਰਾਰੇ ਨੂੰ ਔਂਕੜ ਹੈ। ਆਪਾਂ ਸਕਰੀਨ ਤੇ ਹੁਣੇ ਦਰਸ਼ਨ ਕਰਦੇ ਹਾਂ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ। ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਹੈ। ਇਹ ਜਿਹੜਾ ਗੁਰ ਹੈ, ਰਾਰੇ ਨੂੰ ਔਂਕੜ ਹੈ, ਇਹ ਗੁਰਮੰਤਰ ਦਾ ਅੱਧਾ ਹਿੱਸਾ ਹੈ। ਬੜਾ ਲੁਕੋ ਕੇ ਰੱਖਿਆ ਗਿਆ, ਗੁਪਤ ਰੱਖਿਆ ਗਿਆ, ਪਰ ਗੁਰਸਿੱਖਾਂ ਲੱਧੀ ਪਾਲ। ਇਹ ਮੁਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਪਾਲ। ਗੁਰਸਿੱਖਾਂ ਨੇ ਬਾਣੀ ਦੇ ਉੱਤੇ ਮਿਹਨਤ ਕਰ ਕਰਕੇ, ਪੜ੍ਹ ਕੇ ਇਹਨੂੰ ਸਮਝਣਾ ਹੈ, ਇਹਦੇ ਵਿੱਚੋਂ ਤੱਤ ਵਸਤੂ ਹਾਸਲ ਕਰਨੀ ਹੈ। ਇਹ ਨਾਮ ਦੇ ਹੀ ਬਾਣ ਚਲਾਉਣ ਨੂੰ ਕਿਹਾ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਨਜ਼ਰ ਨਹੀਂ ਆ ਰਹੇ। ਸੋ ਜਿਹੜੇ ਹਥਿਆਰ ਨਾਲ ਇਹਨਾਂ ਨੂੰ ਮਾਰਨਾ ਹੈ, ਉਹ ਵੀ ਸਾਨੂੰ ਦਿਸੇਗਾ ਨਹੀਂ। ਆਪਾਂ ਪਿੱਛੇ ਸੇਵਾ ਦੀ ਐਗਜ਼ਾਮਪਲ ਲੈ ਕੇ ਆਏ ਹਾਂ, ਸੰਗਤਾਂ ਨੂੰ ਯਾਦ ਹੋਣਾ। YouTube ਤੇ ਆਪਾਂ ਰਿਕਾਰਡਿੰਗਸ ਵੀ ਨਾਲ ਨਾਲ ਅਪਲੋਡ ਕਰ ਰਹੇ ਹਾਂ। ਸੋ ਸਾਨੂੰ ਅਕਾਲ ਪੁਰਖ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਸਾਨੂੰ ਕਿੱਦਾਂ ਪਤਾ ਲੱਗੇ ਉਹਦੀ ਸੇਵਾ ਕਿਹੜੀ ਹੈ। ਸੋ ਉਹਦੀ ਸੇਵਾ ਵੀ ਨਜ਼ਰ ਨਹੀਂ ਆਏਗੀ ਸਾਨੂੰ। ਇਸੇ ਤਰ੍ਹਾਂ ਇਹ ਜਿਹੜੇ ਪੰਜ ਦੂਤ ਨੇ, ਇਹਨਾਂ ਨੂੰ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਨਾਮ ਧਿਆ ਕੇ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਧਿਆ ਕੇ ਜਪਣਾ, ਸਿਮਰਨਾ, ਆਰਾਧਨਾ,
ਧਿਆਉਣਾ, ਇਹ ਸਾਰੀਆਂ ਅਵਸਥਾਵਾਂ ਨੇ। ਸੋ ਧਿਆਨ ਦੇ ਵਿੱਚ ਜਿਹੜਾ ਹੈ ਉਹ ਅਸੀਂ ਆਪਣਾ ਜਿਹੜਾ ਸ਼ਬਦ ਹੈ ਉਹ ਲੈ ਕੇ ਆਉਣਾ। ਧਿਆਨ ਦੇ ਵਿੱਚ ਜਿਹੜਾ ਗੁਰ ਮੰਤਰ ਹੈ ਉਹ ਸਾਡੇ ਧਿਆਨ ਦੇ ਵਿੱਚ ਰਹੇ ਹਮੇਸ਼ਾ। ਉਹ ਕੀ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮ ਕਨਾ। ਹੁਣ ਇਹ ਨਾਮ ਉਚਾਰਨਾ ਕਿਉਂ ਜ਼ਰੂਰੀ ਹੈ? ਇਹ ਕਿਹੜਾ ਜਮਦਲ ਹੈ ਜਿਹੜਾ ਸਾਨੂੰ, ਜਿਹਦੇ ਨਾਲ ਸਾਹਮਣਾ ਸਾਡਾ ਹੋਣਾ ਰਹਾਓ। ਆਓ ਆਪਾਂ ਇੱਕ ਇੱਕ ਅੰਕ ਕਰਕੇ ਸ਼ਬਦ ਦਾ ਵਿਚਾਰੀਏ, ਔਰ ਜਿਹੜੇ ਭਾਵਾਂ ਦੇ ਦੇਸ਼ 'ਚ ਸਾਨੂੰ ਇਹ ਸ਼ਬਦ ਲੈ ਕੇ ਜਾ ਰਿਹਾ ਹੈ ਉੱਥੇ ਜਾ ਕੇ ਖੇਡਣ ਦੀ ਕੋਸ਼ਿਸ਼ ਕਰੀਏ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ खिन माहे उधारी। अनक पुनः चरण करत नहीं तरह, हर को नाम कोट पाप पर हरै। हर को नाम कोट पाप पर हरै। वाहिगुरु 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 वाहिगुरु। गुरमुख नाम, ये गौड़ी सुखमनी दी बाणी है। गुरमुख नाम जपो मन मेरे, नानक पावो सूख कनेरे। तां इन्ना जरूरी है। किन्नी सोहनी एक्सप्लेनेशन सानू पातशाह ने बख्शिश की है। जह मात पिता सुत मीत न पाई, जिथे मां प्यो पुत्र मित्र भरा कोई साथी नहीं बनता। मन ऊहा नाम तेरे संग सहाई, उथे अकाल पुरख दा नाम तेरी सहायता करने वाला। जह महा भयान दूत जम दलै, जिथे वड्डे डरावने जमदूतां दा दल है, तह केवल नाम संग तेरा चलै। उथे तेरे नाल सिर्फ अकाल पुरख दा नाम ही जाना। जह मुश्किल होवे अत भारी, हर को नाम खिन माहे उधारी। उथे प्रभु दा नाम एक खिन दे विच बचा लेगा। अनक उन्हें चरण करत नहीं तरह। होर जिन्ने मर्जी धार्मिक रीतां रस्मां संजम करी जाओ, अनक पुनः चरण करत नहीं तरह। मत समझो भी तर जाओगे। अपनी बैठक लंबी हो जाती है, इस करके मैं अवॉइड करदा, कई गल्लां मैं अवॉइड करदा कि मोस्टली असीं देखिआ साडे कथावाचक या प्रचारक इतिहास ਨੂੰ ਵਿੱਚ ਰੇੜੀ ਫਿਰਦੇ ਰਹਿੰਦੇ ਆ। ਬਾਣੀ ਦੇ ਵਿੱਚ ਇਤਿਹਾਸ ਨਹੀਂ ਹੋਣਾ ਚਾਹੀਦਾ। ਇਤਿਹਾਸ ਵੱਖਰਾ ਵਿਸ਼ਾ ਹੈ, ਬੜਾ ਇੰਪੋਰਟੈਂਟ ਵਿਸ਼ਾ ਹੈ। ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ। ਸਾਰੀ ਸਿੱਖ ਹਿਸਟਰੀ ਪਤਾ ਹੋਣੀ ਚਾਹੀਦੀ ਹੈ। ਡੇਟ ਐਂਡ ਡੇਟਸ ਪਤਾ ਹੋਣੀਆਂ ਚਾਹੀਦੀਆਂ ਨੇ। ਬੜੀ ਵਡਮੁੱਲੀ ਚੀਜ਼ ਹੈ ਇਤਿਹਾਸ ਸਾਡਾ। पर बाणी दे विच उहनूं किस तरह तुसीं मिक्सअप कर लोगे? वो कहानियां सानूं सुणाउंदे आ जी, आह कीता जी, ओह कीता, तां इह होया, फलाना उन्हां ने जी अखंड पाठ की सेवा की, इक्को चौंकड़े बह के तां उन्हां दा छुटकारा होया। महाराज इत्थे आ तुक नूं की स्टैंडर्ड
ਦੇ ਨਾਲ ਇਸ ਤੁਕ ਨੂੰ ਵਿਚਾਰੋਗੇ, ਪੰਜਵਾਂ ਪਾਤਸ਼ਾਹ ਪੰਜਵਾਂ ਮਹਿਲ ਬੋਲ ਰਹੇ ਹੈ, ਕਹਿੰਦੇ ਅਨਕ ਪੁਨਹ ਚਰਨ ਕਰਤ ਨਹੀਂ ਤਰਿਆ। ਕਹਿੰਦੇ ਤਰਿਆ ਨਹੀਂ ਜਾਣਾ, ਮੁੜ ਮੁੜ ਧਾਰਮਿਕ ਰਸਮਾਂ ਕਰਨੀਆਂ, ਉਹਨਾਂ ਦੇ ਨਾਲ ਪਾਪਾਂ ਤੋਂ ਨਹੀਂ ਬਚਿਆ ਜਾਣਾ ਭਾਈ। ਉਹਨਾਂ ਤੋਂ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਛੁਟਕਾਰਾ ਨਹੀਂ ਪਾ ਸਕਦੇ। ਹਰ ਕੋ ਨਾਮ ਕੋਟ ਪਾਪ ਪਰ ਹਰੈ। ਅਕਾਲ ਪੁਰਖ ਦੇ ਨਾਮ ਦੇ ਨਾਲ ਹੀ ਇਹ ਜਿਹੜਾ ਸਾਡੇ ਕੋਟ ਕਰੋੜਾਂ ਕਰਮ ਜਿਹੜੇ ਸਾਡੇ ਕੀਤੇ ਹੋਏ ਨੇ, ਉਹਦੇ ਨਾਲ, ਨਾਮ ਦੇ ਨਾਲ ਨਾਸ ਹੋਣੇ ਆ। ਕਹਿੰਦੇ ਕੀ ਕਰੋ, ਕਹਿੰਦੇ ਗੁਰਮੁਖੇ ਖੱਖੇ ਨੂੰ ਸਿਆਰੀ, ਕਹਿੰਦੇ ਗੁਰੂ ਦੇ ਜ਼ਰੀਏ, ਗੁਰੂ ਦੀ ਮੱਤ ਦੇ ਨਾਲ ਨਾਮ ਜਪੋ ਮਨ ਮੇਰੇ। ਗੁਰੂ ਦੀ ਮੱਤ, ਸਾਰੀ ਗੁਰਬਾਣੀ ਗੁਰੂ ਦੀ ਮੱਤ ਹੈ। ਗੁਰੂ ਦੀ ਮੱਤ ਦੇ ਨਾਲ ਅਸੀਂ ਨਾਮ ਜਪਣਾ, ਜਿੱਦਾਂ ਸਾਨੂੰ ਗੁਰਬਾਣੀ ਗਾਈਡ ਕਰਦੀ ਹੈ, ਉਸ ਤਰ੍ਹਾਂ ਅਸੀਂ ਆਪਣਾ ਜੀਵਨ ਬਣਾਉਣਾ। ਕਹਿੰਦੇ ਨਾਨਕ ਪਾਵੋ ਸੁਖ ਕਨੇਰੇ, ਕਹਿੰਦੇ ਇੰਨੇ ਕੋਈ ਅੰਤ ਹੀ ਨਹੀਂ ਹੈ ਸੁੱਖਾਂ ਦਾ। ਪਰ ਜੇ ਗੁਰੂ ਦੇ ਥਰੂ ਹੋਏਗਾ, ਜੇ ਗੁਰੂ ਦੇ ਜ਼ਰੀਏ ਆਪਣੇ ਮਨ ਨੂੰ ਸੋਧੇਗਾ, ਜੇ ਗੁਰੂ ਦੇ ਜ਼ਰੀਏ ਨਾਮ ਜਪੇਗਾ। ਗੌੜੀ ਚੇਤੀ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉ ਰਾਖੋ ਘਰ ਬਾਰ ਮਨਾ। ਕਹਿੰਦੇ ਉਹ 5 ਜਣੇ ਨੇ, ਮੈਂ ਇਕੱਲਾ, ਮੈਂ ਆਪਣਾ ਇਹ ਘਰ ਬਾਰ ਜਿਹੜਾ ਕਿਸ ਤਰ੍ਹਾਂ ਬਚਾ ਕੇ ਰੱਖਾਂ। ਇੱਕ ਬੰਦੇ ਨੂੰ 5 ਬੰਦੇ ਆ ਕੇ ਢਾ ਲੈਣ ਬੜਾ ਔਖਾ ਹੈ, ਬੜਾ ਔਖਾ। ਬੜਾ ਵਿਰਲਾ ਕੋਈ ਹੁੰਦਾ ਹੈ ਜਿਹੜਾ 4-5 ਦਾ ਮੁਕਾਬਲਾ ਕਰਨ ਜੋਗਾ ਹੋਵੇ। ਸਾਰੇ ਨਹੀਂ ਹੁੰਦੇ। ਹੁਣੇ ਨਿਊਜ਼ ਦੇਖੋ ਆਈ ਹੈ, ਸਰਦਾਰ ਗੁਰਤੇਜ ਸਿੰਘ 23-24 ਸਾਲ ਦੀ ਉਮਰ 'ਚ ਉੱਥੇ ਚਾਈਨਾ ਦੇ ਬਾਰਡਰ ਤੇ ਇੰਡੀਅਨ ਆਰਮੀ ਦੇ ਸਿਪਾਹੀ ਨੇ ਉਹ, ਔਰ ਉਹ ਸ਼ਹੀਦ ਹੋਏ ਨੇ। ਔਰ ਦੱਸਿਆ ਉਹਨਾਂ ਨੇ ਕੱਲਿਆਂ ਨੇ 3-3 4-4 ਦੁਸ਼ਮਣ ਫੌਜ ਦੇ ਸਿਪਾਹੀ ਫੜ ਕੇ ਉਹ ਮਾਰ ਦਿੱਤੇ ਨੇ। ਇਸ ਤਰ੍ਹਾਂ ਸਾਰੇ ਨਹੀਂ ਕਰ ਸਕਦੇ, ਕੋਈ ਵਿਰਲੇ ਹੁੰਦੇ ਨੇ ਜਿਹੜੇ ਲੜਨਗੇ। ਇੱਥੇ ਪਾਤਸ਼ਾਹ ਬੇਨਤੀ ਕਰਦੇ ਨੇ, ਕਹਿੰਦੇ ਉਹ 5 ਜਣੇ ਨੇ, ਮੈਂ ਇਕੱਲਾ, ਮੈਂ ਆਪਣਾ ਘਰ-ਬਾਰ ਕਿਵੇਂ ਬਚਾ ਕੇ ਰੱਖਾਂ। ਮੈਂ ਆਪਣੇ ਮਨ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਾਂ। ਮਾਰੇ ਲੂਟੇ ਨੀਤ ਕਿਸ ਆਗਿਆ ਕਰੀ ਪੁਕਾਰ ਜਨਾ। ਕਹਿੰਦੇ ਉਹ ਹਮੇਸ਼ਾ ਸਾਨੂੰ ਤਿਲ ਕਰਕੇ ਮਾਰ ਰਹੇ ਨੇ, ਸਾਡੀ ਕਮਾਈ ਲੁੱਟ ਰਹੇ ਨੇ। ਅਸੀਂ ਇੱਧਰ ਨਾਮ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, 2 ਘੰਟੇ ਬਾਅਦ ਹੀ ਫਿਰ ਅੰਦਰ ਕਾਮ ਦਾ ਉਛਾਲਾ ਆ ਜਾਂਦਾ ਹੈ। ਅਸੀਂ ਇੱਧਰ ਕੋਈ ਸੇਵਾ ਕਰਦੇ ਹਾਂ, ਕਿਸੇ ਪਰਾਈ ਇਸਤਰੀ ਵੱਲ, ਜਾਂ ਇਸਤਰੀ ਨੇ ਕਿਸੇ ਪਰਾਏ ਮਰਦ ਵੱਲ ਦੇਖਿਆ, ਫਿਰ ਉਹਦੇ ਅੰਦਰ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਆ, ਮਨ ਟਿਕਾ 'ਚ ਹੀ ਨਹੀਂ ਆ ਰਿਹਾ। ਹੁੰਦਾ ਸਾਰਿਆਂ ਨਾਲ ਹੁੰਦਾ ਹੈ, ਇਹ ਖੇਲ ਹੀ ਕਰਤੇ ਪੁਰਖ ਦੀ ਐਸੀ ਹੈ। ਸਾਰਿਆਂ ਨਾਲ ਇਹ ਭਾਣੇ ਵਾਪਰਦੇ ਆ। ਆਪਣਾ ਐਨਾਲਿਸਿਸ ਸਾਰੇ ਕਰ ਸਕਦੇ। ਕਿਸੇ ਨੂੰ ਇਹ ਆਪਣੀ ਇਹ ਗੱਲਾਂ ਬਾਹਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਮਨ ਨਾਲ ਆਪਾਂ ਵਿਚਾਰ ਕਰਨਾ ਹੁੰਦਾ। ਇਹ ਵਿਚਾਰ ਸਾਰਿਆਂ ਦੇ ਮਨਾਂ 'ਚ ਚੱਲਦੇ ਆ। ਕਿਸੇ ਵਿਰਲੇ ਨੂੰ ਇਹ ਸੰਤੋਖ ਪ੍ਰਾਪਤ ਹੁੰਦਾ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਕਿ ਉਹ ਠਹਿਰ ਜਾਏ, ਉਹਦਾ ਮਨ ਜਿਹੜਾ ਹੈ ਉਹ ਵਿਚਾਰਾਂ ਤੋਂ ਪਰੇ ਚਲਾ ਜਾਏ।
ਉਹ ਜਿਹੜੇ ਪੰਜ ਨੇ ਕਹਿੰਦੇ ਮੇਰਾ ਘਰ-ਬਾਰ ਲੁੱਟ ਰਹੇ ਨੇ, ਮੇਰੀ ਕਮਾਈ ਖਾ ਰਹੇ ਨੇ। ਪਲ-ਪਲ ਮੈਨੂੰ ਉਹ ਜਿੰਨੀ ਮੈਂ ਕਮਾਈ ਕਰਦਾ ਓਨੀ ਲੁੱਟ ਕੇ ਲੈ ਜਾਂਦੇ ਆ। ਜਿੰਨੀ ਮੈਂ ਚੰਗਿਆਈ ਕਰਦਾ, ਜਿੰਨੇ ਗੁਣਾਂ ਦੀ ਸਾਂਝ ਕਰਦਾ, ਓਨੇ ਉਹ ਲੁੱਟ ਕੇ ਲੈ ਜਾਂਦੇ ਆ। ਕਹਿੰਦੇ ਮੈਂ ਕਿਹਦੇ ਅੱਗੇ ਰਜੋਈ ਕਰਾਂ, ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਮੈਂ ਕੋਈ ਕੰਪਲੇਂਟ ਕਰਾਂ, ਕੋਈ ਸ਼ਿਕਾਇਤ ਕਰਾਂ। ਅਕਾਲ ਪੁਰਖ ਉਹਨਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਕਹਿੰਦੇ ਸ੍ਰੀ ਰਾਮ ਨਾਮਾ ਉਚਰ ਮਨਾ। ਕਹਿੰਦੇ ਤੂੰ ਹੋਰ ਕੁਛ ਨਾ ਕਰ, ਤੂੰ ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦੇ। ਆਗੈ ਜਮ ਦਲ ਬਿਖਮ ਕਨਾ। ਇਹ ਫਿਰ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹੀ ਜਮ ਨੇ। ਇਹਨਾਂ ਨੇ ਸਾਨੂੰ ਲੁੱਟੀ ਜਾਣਾ ਅੰਦਰ। ਆਗਿਆ ਜਮ ਦਲ ਬਿਖਮ ਕਨਾ। ਲਗਾਤਾਰ ਸਾਨੂੰ ਇਹ ਮਾਰ ਰਹੇ ਆ। ਜਿੰਨਾ ਜਿੰਨਾ ਅਸੀਂ ਚੰਗੇ ਗੁਣ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰ ਦਿੰਦੇ ਆ, ਓਨੇ ਭੈੜੇ ਵਿਚਾਰ ਸਾਡੇ ਮਨ ਦੇ ਵਿੱਚ ਆਈ ਜਾਂਦੇ ਆ। ਔਰ ਅਸੀਂ ਸੋਚਦੇ ਹਾਂ ਕਿ ਅਸੀਂ ਬੜਾ ਕੁਝ ਕਰ ਲਿਆ, ਲੇਕਿਨ ਉਹ ਵਿਚਾਰ ਜਿਹੜੇ ਨੇ ਉਹ ਸਾਰੀ ਕੀਤੀ ਕਰਾਈ ਕਮਾਈ ਜਿਹੜੀ ਉਹ ਖੂਹ 'ਚ ਪਾ ਦਿੰਦੇ ਆ। ਇਸ ਕਰਕੇ ਇਹਨੂੰ ਰਹਾਉ ਦੀ ਤੁਕ 'ਚ ਰੱਖਿਆ। ਇੰਨਾ ਇੰਪੋਰਟੈਂਟ ਹੈ ਨਾਮ ਜਪਣਾ। ਉਚਰੋ ਰਾਮ ਨਾਮ ਲਖ ਬਾਰੀ। लख लख गेड़ा आखिए एक नाम जगदीश। इन्ना इंपॉर्टेंट है। एक थां ते महला पंजवां होर सानू क्लीयर करते है। कहते अब मेरो पंचां ते संग टूटा, दर्शन देख भये मन आनंद, गुर कृपा ते छूटा। कहते जिउंदे जी मैं परमात्मा दे अकाल पुरख दे दर्शन करके मैं इन्हां पंजां तो बच गया। ਇਹ ਕਈ ਵਾਰੀ ਅਸੀਂ ਆਮ ਬੋਲੀ 'ਚ ਕਹਿ ਦਿੰਦੇ ਹਾਂ। ਕੋਈ ਕੀਰਤਨ ਸੁਣ ਕੇ ਕਿਸੇ ਦਾ ਅਸੀਂ ਕਹਿੰਦੇ ਹਾਂ ਜੀ ਭਾਈ ਸਾਹਿਬ ਜੀ ਬੜਾ ਆਨੰਦ ਆਇਆ ਅੱਜ। ਉਹ ਆਨੰਦ ਨਹੀਂ ਹੁੰਦਾ। ਉਹ ਤੇ ਮਨ ਜਿਹੜਾ ਨਾ ਉਹ ਇਦਾਂ ਸਮਝੋ ਉਸ ਗੱਲ ਨੂੰ ਕਿ ਮਨ ਓਨੇ ਟਾਈਮ ਦੇ ਵਾਸਤੇ ਤੁਸੀਂ ਸੰਗਤ 'ਚ ਬੈਠੇ ਹੋ, ਗੁਰਦੁਆਰਾ ਸਾਹਿਬ ਬੈਠੇ ਹੋ, ਮਨ ਓਨੇ ਟਾਈਮ ਵਾਸਤੇ ਆਪਣੀ ਰੈਸਟ ਕਰ ਰਿਹਾ ਹੁੰਦਾ। ਤੇ ਜਦੋਂ ਹੀ ਤੁਸੀਂ ਉਸ ਮਾਹੌਲ ਚੋਂ ਬਾਹਰ ਆਉਂਦੇ ਹੋ, ਮਨ ਜਿਹੜੇ ਇਹ ਵਿਚਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਤੀਬਰ ਗਤੀ ਦੇ ਨਾਲ ਫਿਰ ਤੁਹਾਨੂੰ ਢਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਕੀ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ? ਜਿੱਦਾਂ ਇਹ ਸਾਨੂੰ ਮਾਰਦੇ ਆ, ਅਸੀਂ ਨਹੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਭਾਈ, ਕਿਉਂ ਨਹੀਂ ਕਰ ਸਕਦੇ? ਸਿੱਧੀ ਜੀ ਗੱਲ ਦੱਸੀ ਤੇ ਹੈ। ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇਂ ਦੂਤ ਕਵਨ ਵਿਦ ਮਾਰਨੇ। ਇਹਦਾ ਫਾਰਮੂਲਾ ਕੀ ਹੈ? ਇਹਦੀ ਟ੍ਰੇਨਿੰਗ ਕਿਸ ਤਰ੍ਹਾਂ ਦੀ ਹੋਏ ਫੌਜੀ ਦੀ? ਜਿਹਦੀ ਅਸੀਂ ਐਗਜ਼ਾਮਪਲ ਲਈ ਹੈ ਗੁਰਤੇਜ ਸਿੰਘ, ਉਹਨਾਂ ਦੀ ਕਿਤੇ ਟ੍ਰੇਨਿੰਗ ਮਾੜੀ ਮੋਟੀ ਟ੍ਰੇਨਿੰਗ ਹੋਣੀ? ਬੜੀ ਹਾਰਡ ਟ੍ਰੇਨਿੰਗ ਹੁੰਦੀ ਹੈ ਆਰਮੀ ਦੀ। ਇਦਾਂ ਹੀ ਅਸੀਂ ਆਪਣੇ ਮਨ ਨੂੰ ਟ੍ਰੇਨ ਕਰਨਾ।
ਪੰਜ ਸਤਾਵੇਂ ਦੂਤ ਕਵਨ ਵਿਦ ਮਾਰਨੇ, ਕਹਿੰਦੇ ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਕਹਿੰਦੇ ਨਾਮ ਜਪਣਾ ਵੀ ਹੈ, ਇਹਨੂੰ ਸਿਮਰਨਾ ਵੀ ਹੈ, ਇਹਨੂੰ ਧਿਆਉਣ ਦੀ ਅਵਸਥਾ ਤੇ ਤੱਕ ਲੈ ਕੇ ਜਾ ਕਿ ਕਿਤੇ ਕਿਸੇ ਪਲ ਵੀ ਤੇਰੇ ਧਿਆਨ ਚੋਂ ਨਾਮ ਨਾ ਵਿਸਰੇ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀਐ। ਜੇ ਗੁਰੂ ਨੇ ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ, ਐਸ ਅੰਮ੍ਰਿਤ ਰੂਪੀ ਨਾਮ ਤੋਂ ਅਸੀਂ ਬੋਲਣੋਂ ਕਿਉਂ ਹਟੀਏ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀਐ। ਬਸ ਕਹਿੰਦੇ ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ ਹਰ ਹਾਂ, ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ। ਕਹਿੰਦੇ ਇਹਦਾ ਘਾਤ ਲਾ ਕੇ ਨਾ ਨਾਮ ਦੇ ਤੀਰ ਦੇ ਨਾਲ ਇਹਨਾਂ ਨੂੰ ਵਿਨ ਸਿੱਟ, ਤੀਰ ਇਹਨਾਂ ਦੇ ਆਰ ਪਾਰ ਕਰ ਦੇ, ਤਾਂ ਕਿ ਤੈਨੂੰ ਇਹ ਦੁਬਾਰਾ ਤੰਗ ਕਰਨ ਜੋਗੇ ਨਾ ਰਹਿਣ। ਏਡੀ ਉੱਚ ਹੱਦੀ ਵੈਣ ਬਾਬੇ ਨਾਨਕ ਦੇ ਨੇ, ਇੰਨੀ ਉੱਚੀ ਬਾਣੀ ਹੈ ਬਾਬੇ ਨਾਨਕ ਦੀ, ਔਰ ਅਸੀਂ ਇਹ ਪੜ੍ਹ ਕੇ ਵੀ, ਇਹਦਾ ਪਾਠ ਕਰਕੇ ਵੀ ਐਸ ਜੇ ਚੀਜ਼ ਤੋਂ ਨਾ ਬਚ ਸਕੀਏ ਤੇ ਫਿਰ ਅਸੀਂ ਕਾਹਦੇ ਸਿੱਖ ਆ ਬਈ। ਅਸੀਂ ਸਿੱਖਿਆ ਕੀ ਆ, ਅਸੀਂ ਕੀ ਲਰਨ ਕੀਤਾ ਫਿਰ ਲਾਈਫ ਦੇ ਵਿੱਚ। ਐਸ ਜਨਮ ਦੇ ਵਿੱਚ ਆ ਕੇ, ਬੰਦੇ ਦੀ ਜੂਨ ਦੇ ਵਿੱਚ ਆ ਕੇ, ਜੇ ਸਾਡਾ ਕਾਮ ਦੇ ਉੱਤੇ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉੱਤੇ ਹੀ ਨਹੀਂ ਅਸੀਂ ਜਿੱਤ ਪਾ ਸਕੇ ਤੇ ਅਸੀਂ ਹਾਸਲ ਕੀ ਕੀਤਾ? ਜ਼ੀਰੋ। ਹਜ਼ਾਰਾਂ ਕਮਾ ਲਏ, ਲੱਖਾਂ ਕਮਾ ਲਏ, ਕਰੋੜਾਂ, ਅਰਬਾਂ, ਖਰਬਾਂ, ਦੈਨ ਵਾਟ? ਕੀ ਹਾਸਲ ਕੀਤਾ? ਪਰਮਾਨੈਂਟ ਤੇ ਇੱਥੇ ਕੋਈ ਰਹਿ ਨਹੀਂ ਸਕਦਾ। ਕੋਈ ਪਤਾ ਵੀ ਨਹੀਂ ਹੈ ਵੀ ਕਿਹੜੇ ਵੇਲੇ ਇੱਥੋਂ ਅਸੀਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ। ਲੇਕਿਨ ਫਿਰ ਜਿਹੜੀ ਸਾਡੀ ਦੌੜ ਹੈ, ਉਹ ਇਹ ਪੰਜਾਂ ਦੇ ਕੰਟਰੋਲ ਦੇ ਹੇਠ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ। ਸੋ ਉੱਥੇ ਕੀ ਸਾਡੀ ਦੌੜ ਰਹਿ ਜਾਂਦੀ ਹੈ। ਜਿੰਨਾ ਮਾੜਾ ਮੋਟਾ ਅਸੀਂ ਸੰਗਤ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਉਹ ਉਹਨਾਂ ਫਿਰ ਉਹ ਅਗਲੇ ਹਫਤੇ ਇੱਥੇ ਤੇ ਸੰਡੇ ਦੇ ਸੰਡੇ ਗੁਰਦੁਆਰੇ ਲੱਗਦੇ ਨੇ। ਉਹ ਜਿੰਨਾ ਕੁ ਸੰਡੇ ਨੂੰ ਵਧੀਆ ਕੰਮ ਕਰੀਦਾ, ਉੱਥੇ ਗੁਰਬਾਣੀ ਸੁਣੀਦੀ ਹੈ, ਥੋੜਾ ਧਿਆਨ ਲਾਈਦਾ, ਸਾਰਾ ਹਫਤਾ ਫੇਰ ਉਹ ਕਿਤੇ ਉਸ ਤੋਂ 100 ਜਮਾ ਨਹੀਂ ਹੁੰਦੇ ਬੈਂਕ ਦੇ ਵਿੱਚ, 500 ਦਾ ਕਰਜ਼ਾ ਸਾਡੇ ਚੜ ਜਾਂਦਾ। ਕਿੱਥੋਂ ਸਾਡੀ ਤਰੱਕੀ ਹੋ ਜਾਊਗੀ? ਗੁਰਬਾਣੀ ਵੱਲ ਸਾਡਾ ਧਿਆਨ ਹੀ ਨਹੀਂ ਹੈ। ਹੁਣ ਆਪਣਾ ਆਪਣਾ ਐਨਾਲਿਸਿਸ, ਕਿਸੇ ਨੂੰ ਨਹੀਂ ਕਹਿਣਾ ਮਾੜਾ ਚੰਗਾ, ਕਿਸੇ ਨੂੰ ਨਹੀਂ ਕਹਿਣਾ। ਆਪਾਂ ਆਪਣਾ ਐਨਾਲਿਸਿਸ ਅਸੀਂ ਆਪ ਕਰਨਾ ਵੀ ਮੇਰਾ ਕਾਮ ਦੇ ਉੱਤੇ ਕਿੰਨਾ ਕੰਟਰੋਲ ਹੈ, ਕ੍ਰੋਧ ਦੇ ਉੱਤੇ ਕਿੰਨਾ ਕੰਟਰੋਲ ਹੈ, ਲੋਭ ਤੇ ਕਿੰਨਾ, ਮੋਹ ਹੰਕਾਰ ਮੈਨੂੰ ਕਿੰਨਾ। ਇਹ ਐਨਾਲਿਸਿਸ ਆਪ ਕਰਨਾ, ਆਪਣੇ ਮਨ ਨਾਲ ਹੀ ਯੁੱਧ ਕਰਨਾ, ਮਨ ਨੂੰ ਹੀ ਮਾਰਨਾ। ਗੁਣ ਲਾਲ ਗਾਵੋ ਗੁਰ ਦੇਖੇ। ਕਹਿੰਦੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਮੈਂ ਟਿਕ ਕੇ ਨਾਮ ਅਭਿਆਸ ਕਰਦਾ ਤੇ ਮੈਂ ਇਹਨਾਂ ਪੰਜਾਂ ਦੇ ਸ਼ਿਕੰਜੇ ਦੇ ਵਿੱਚੋਂ ਨਿਕਲ ਜਾਣਾ। ਸੋ ਕਿੰਨਾ ਚੰਗਾ ਹੋਏ ਇਹ ਰਸਨਾ ਤੇ ਐਸਾ ਅਭਿਆਸ ਅਸੀਂ ਕਰੀਏ ਕਿ ਸੱਚ ਜੇ ਗੁਰ ਫਰਮਾਇਆ ਕਿ ਇਦੋਂ ਬੋਲੋਂ ਹਟੀ ਹੈ, ਇਹ ਧਿਆਨ ਦੇ ਵਿੱਚ ਸਾਡੇ ਨਾਮ ਕਿਤੇ ਆ ਜਾਵੇ ਤੇ ਮਜਾਲ ਹੈ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਨੇੜੇ ਤੇੜੇ ਵੀ ਆਉਣ। ਮਜਾਲ ਹੈ ਸਾਡੇ ਪਰਿਵਾਰ ਦੇ ਵਿੱਚ ਕੋਈ ਦੁੱਖ ਕਲੇਸ਼ ਰਹਿ ਜਾਵੇ। ਮਜਾਲ ਹੈ ਕਿਸੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੇ ਐਸਾ ਪ੍ਰਚਾਰ ਔਰ ਐਸਾ ਸੇਧ ਦੇਣ ਵਾਲੇ ਸਾਨੂੰ ਗੁਰਮੁਖ ਪਿਆਰੇ ਹੋਣ ਤੇ ਮਜਾਲ ਹੈ ਕਿਤੇ ਉੱਥੇ ਕੋਈ ਰੌਲਾ ਪੈ ਜੇ। ਮਜਾਲ ਹੈ ਕਿਤੇ ਕੋਈ ਕੰਟਰੀ ਜਿਹੜਾ ਹੈ ਉਹ ਐਸ ਦੂਜਿਆਂ ਨੂੰ ਮਾਰ ਕੇ ਆਪਣੇ ਆਪ ਨੂੰ ਤਕੜਾ ਕਰਨ ਦੀ ਵਿਧੀ ਦੇ ਵਿੱਚ ਪਿਆ ਰਵੇ, ਸੋਚ ਦੇ ਵਿੱਚ ਪਿਆ ਰਵੇ। ਉਹ ਅਸੀਂ ਇਨਸਾਨ ਆ, ਬੰਦੇ ਆ, ਅਸੀਂ ਸੋਚ ਸਮਝ ਕੇ ਅਸੀਂ
ਸਾਰੇ ਕਾਰਜ ਕਰ ਸਕਦੇ ਹਾਂ। ਸਾਨੂੰ ਇੰਨਾ ਵੱਡਾ ਗ੍ਰੰਥ ਸਾਜ ਕੇ ਦਿੱਤਾ ਬਾਬੇ ਨਾਨਕ ਨੇ, ਗੁਰੂ ਸਾਹਿਬਾਨਾਂ ਨੇ, ਔਰ ਲਿਖ ਕੇ ਦਿੱਤਾ। ਕਿਸੇ ਹੋਰ ਧਰਮ ਦੇ ਜਿਹੜੇ ਪੈਰੋਕਾਰ ਜਾਂ ਸੋ ਕਾਲਡ ਅਵਤਾਰ ਕਹਿੰਦੇ ਐ, ਉਹਨਾਂ ਨੇ ਇਹ ਐਸਾ ਗਿਆਨ ਆਪਣੇ ਹੱਥਾਂ ਨਾਲ ਨਹੀਂ ਲਿਖ ਕੇ ਦਿੱਤਾ। ਖੋਜ ਕਰ ਲਓ। ਜਿੰਨੇ ਪੀਰ ਪੈਗੰਬਰ ਹੋਏ ਨੇ, ਕਿਸੇ ਨੇ ਵੀ ਕੋਈ ਚੀਜ਼ ਇਨ ਰਿਟਨ ਨਹੀਂ ਦਿੱਤੀ। ਅਰੇ ਬਾਣੀ ਹੈ, ਸਾਨੂੰ ਗੁਰੂ ਸਾਹਿਬਾਨਾਂ ਨੇ ਲਿਖ ਲਿਖ ਕੇ ਕਿਹੜੀਆਂ ਔਖੀਆਂ ਘੜੀਆਂ ਦੇ ਵਿੱਚ ਕਿਸ ਤਰ੍ਹਾਂ ਸੰਭਾਲ ਕੀਤੀ ਹੋਊਗੀ, ਸਾਨੂੰ ਇਹ ਹੱਥ 'ਚ ਦੇ ਕੇ ਗਏ ਹੈ ਗਿਆਨ ਦਾ ਦੀਵਾ, ਤੇ ਅਸੀਂ ਉਹਦੀ ਕਦਰ ਹੀ ਨਹੀਂ ਜਾਣੀ। ਗੁਣ ਲਾਲ ਗਾਵੋਂ ਗੁਰ ਦੇਖੇ, ਪੰਚਾਂ ਤੇ ਏਕ ਛੂਟਾ, ਜੋ ਸਾਧ ਸੰਗ ਪਗ ਰਹੁ। ਇਹ ਜਿਹੜਾ ਜਗਤ ਖਲਾਰਾ ਸਾਨੂੰ ਦਿਸ ਰਿਹਾ, ਇਹਦੇ ਚੋਂ ਕੁਝ ਵੀ ਸਾਡੇ ਨਾਲ ਨਿਭਣ ਵਾਲਾ ਨਹੀਂ ਹੈ। ਇਸ ਵਾਸਤੇ ਇਹਦਾ ਮੋਹ ਜਿਹੜਾ ਹੈ ਉਹ ਛੱਡੋ, ਇਹਦਾ ਖਹਿੜਾ। ਆਪਣਾ ਪਰਿਵਾਰ ਹੈ, ਉਹਨੂੰ ਪਾਲਣ ਵਾਸਤੇ ਅਸੀਂ ਕੰਮਕਾਰ ਕਰਨਾ ਹੈ, ਕਿਰਤੀ ਬੰਦੇ ਆ, ਸਾਰਾ ਕੁਝ ਕਰਨਾ ਹੈ, ਲੇਕਿਨ ਇੰਨੀ ਅੱਤ ਕੀ ਮਾਰ, ਫੇਸਬੁੱਕ, ਸੋਸ਼ਲ ਮੀਡੀਆ, ਇੰਨਾ ਜ਼ਿਆਦਾ ਇਹਦਾ ਗਲਤ ਯੂਜ਼ ਹੋ ਰਿਹਾ। ਇਹਨੂੰ ਪੋਜ਼ਿਟਿਵਲੀ ਯੂਜ਼ ਕਰੋ, ਦੈਟਸ ਨਾਟ ਅ ਬੈਡ ਆਈਡੀਆ। ਪੋਜ਼ਿਟਿਵਲੀ ਯੂਜ਼ ਕਰੋ। ਔਰ ਇਹਨਾਂ ਦੁਨਿਆਵੀ ਅਟੈਚਮੈਂਟਸ ਦੇ ਵਿੱਚੋਂ ਜੇ ਅਸੀਂ ਬਾਹਰ ਨਹੀਂ ਆਏ, ਅਸੀਂ ਕਾਹਦੇ ਸਿੱਖ ਹਾਂ ਭਾਈ? ਇੰਨਾ ਵਡਮੁੱਲਾ ਗਿਆਨ ਸਾਡੇ ਕੋਲ ਹੈ ਔਰ ਅਸੀਂ ਇਹਨੂੰ ਢੱਕ ਕੇ ਰੱਖ ਦਿੱਤਾ, ਢੱਕ ਕੇ। ਇਹਨੂੰ ਪੜ੍ਹਨਾ ਪੈਣਾ ਹੈ, ਮਿਹਨਤ ਕਰਨੀ ਪੈਣੀ ਹੈ। ਦ੍ਰਿਸ਼ਟੋ ਕੱਛ ਸੰਗ ਨਾ ਜਾਏ, ਜੋ ਨਜ਼ਰ ਆ ਰਿਹਾ ਹੈ ਉਹ ਕੁਛ ਵੀ ਨਾਲ ਨਹੀਂ ਜਾ ਸਕਦਾ। ਮਾਨ, ਤਿਆਗ, ਮੋਹਾ। ਇਸ ਲਈ ਇਹਨਾਂ ਦਾ ਜੋ ਵੀ ਦਿਸ ਰਿਹਾ ਦੁਨੀਆ ਤੇ ਉਹਦਾ ਮੋਹ ਛੱਡੋ। ਸਾਧੂ ਦੇ ਸੰਗ ਦੇ ਨਾਲ, ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਜੋੜੋ। ਹੋਰ ਆਪਾਂ ਇਹਨੂੰ ਸ਼ਬਦ ਨੂੰ, ਗਿਆਨ ਨੂੰ ਪੱਕਾ ਕਰੀਏ। ਕਹਿੰਦੇ ਤਿੱਖ ਬੂਝ ਗਈ, ਗਈ ਮਿਲ ਸਾਧ ਜਨਾ। ਸੰਤ ਜਨਾਂ ਨੂੰ ਮਿਲ ਕੇ ਮੇਰੇ ਅੰਦਰੋਂ ਇਹ ਜਿਹੜੀ ਤ੍ਰਿਸ਼ਨਾ ਮਾਇਆ, ਇਹ ਲੱਭ ਹੀ ਨਹੀਂ ਰਹੀ ਕਿਤੇ। ਜਦੋਂ ਦੇ ਸੰਤ ਜਨ ਮੇਰੇ ਅੰਦਰ ਪ੍ਰਕਾਸ਼ ਹੋਏ ਹੈ, ਜਦੋਂ ਦਾ ਗੁਰੂ ਨੇ ਪ੍ਰਕਾਸ਼ ਮੇਰੇ ਅੰਦਰ ਕੀਤਾ ਹੈ, ਇਹ ਮਾਇਆ ਤੇ ਕਿਤੇ ਦਿਸ ਹੀ ਨਹੀਂ ਰਹੀ ਮੈਨੂੰ। ਕਿਉਂ? ਪੰਜ ਭਾਗੇ ਚੋਰ, ਕਹਿੰਦੇ ਉਹ ਚੋਰ ਜਿਹੜੇ ਮੈਨੂੰ ਦਿਨ ਰਾਤ ਹਰ ਵੇਲੇ ਮੈਨੂੰ ਜਿਨ੍ਹਾਂ ਨੇ ਤੰਗ ਕਰਨਾ ਲਾਇਆ ਸੀ, ਜਿਨ੍ਹਾਂ ਨੇ ਮੈਨੂੰ ਲੁੱਟਣਾ ਲਾਇਆ ਸੀ, ਕਹਿੰਦੇ ਸਭ ਨੱਠ ਨੁੱਠ ਗਏ, ਭੱਜ ਭੁੱਜ ਗਏ ਕਿਤੇ। ਪੰਜ ਭਾਗੇ ਚੋਰ ਸਹਿਜੇ ਸੁਖੈਨੋ।
ਕਹਿੰਦੇ ਆਰਾਮ ਦੇ ਨਾਲ ਹੁਣ ਜਿਹੜਾ ਮੇਰਾ ਮਨ ਹੈ ਉਹ ਬੜਾ ਚੈਨ ਚ ਆ ਗਿਆ, ਬੜੇ ਆਨੰਦ ਚ ਆ ਗਿਆ। ਹਰੇ ਗੁਣ ਗਾਵਤੀ 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 ਦਰਸ ਪਿਆਰ। ਸਿੱਧ ਹੋ ਗਿਆ, ਅਸੀਂ 2 ਐਗਜ਼ਾਮਪਲਸ ਲਏ ਨੇ। ਇਹ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਮੁੱਕ ਜਾਣੇ ਨੇ, ਪਰਮਾਤਮਾ ਦਾ ਪ੍ਰਕਾਸ਼ ਤੁਹਾਡੇ ਅੰਦਰ ਹੋ ਜਾਣਾ ਹੈ। ਇਹਨਾਂ ਨੂੰ ਮਾਰਨਾ ਪੈਣਾ, ਇਹਨਾਂ ਦੇ ਮਾਰਿਆਂ ਦੇ ਬਿਨਾਂ ਗੱਲ ਨਹੀਂ ਬਣਨੀ। ਮਤ ਸਮਝ ਲਿਓ ਵੀ ਅਸੀਂ ਬੜਾ ਕੁਝ ਪਾ ਲਿਆ, ਅਸੀਂ ਗੁਰਦੁਆਰੇ ਬਣਾ ਲਏ, ਅਸੀਂ ਸਿੱਖ ਬਣ ਗਏ, ਸਾਡੇ ਸੋਹਣੇ ਸਰੂਪ ਨੇ, ਸਾਡੇ ਸੋਹਣੇ ਬਾਣੇ ਨੇ। ਮਤ ਸਮਝੋ ਵੀ ਸਾਨੂੰ ਕੁਝ ਹਾਸਲ ਹੋ ਜਾਊਗਾ। ਇਹ ਆਪਣਾ ਆਪ ਹਰੇਕ ਨੂੰ ਪਤਾ ਵੀ ਕਿੰਨਾ ਕੰਦਰੋਂ ਉਹ ਐਸ ਮਾਇਆ ਦੇ ਵਿੱਚ ਕਿੰਨਾ ਕੁ ਖੁੱਭਿਆ ਪਿਆ, ਮੋਹ ਦੇ ਵਿੱਚ, ਕਿੰਨਾ ਹੰਕਾਰ ਦੇ ਵਿੱਚ, ਕਿੰਨਾ ਕਾਮ ਕ੍ਰੋਧ ਲੋਭ ਮੋਹ ਉਹਨੂੰ ਜਕੜ ਕੇ ਬੈਠੇ ਨੇ। ਇਹ ਜਦੋਂ ਅੰਦਰੋਂ ਨਿਕਲਣਾ ਸਾਰਾ ਕੁਝ ਗੰਦ ਬਲਾ, ਉਦੋਂ ਫਿਰ ਪਰਮਾਤਮਾ ਦਾ ਪ੍ਰਕਾਸ਼ ਜਿਹੜਾ ਉਹ ਹੋਣਾ ਸ਼ੁਰੂ ਹੋਣਾ। ਤੇ ਹੁਣ ਮੈਨੂੰ ਜੇ ਇਹ ਪੰਜੋ ਰਲ ਕੇ ਮੇਰਾ ਘਰ-ਬਾਰ ਲੁੱਟ ਰਹੇ ਆ, ਤੇ ਮੈਂ ਕੀ ਕਰਾਂ? ਕੀ ਮੈਂ ਕਿਹੜਾ ਫਾਰਮੂਲਾ, ਕਿਹੜਾ ਮੈਂ ਦਾ ਪੇਚ ਖੇਡਾਂ ਕਿ ਇਹ ਮੇਰੇ ਅੰਦਰੋਂ ਨਿਕਲ ਜਾਣ, ਇਹਨਾਂ ਦਾ ਜਿਹੜਾ, ਇਹਨਾਂ ਦੀ ਜਿਹੜੀ ਜਕੜ ਹੈ ਮੇਰੇ ਉੱਤੇ ਉਹ ਘਟ ਜੇ। ਕਹਿੰਦੇ ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਘਨਾ। ਕਹਿੰਦੇ ਫਿਰ ਜਮ ਦੀ ਮਾਰ ਪੈਣੀ ਪੈਣੀ ਹੈ ਜੇ ਇਹ ਛੁਟਕਾਰਾ ਨਾ ਹੋਇਆ। ਸੋ ਅਸੀਂ ਜੀਂਦੇ ਜੀ ਐਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ, ਜਿਉਂਦੇ ਜੀ। ਅਬ ਮੇਰੋ ਪੰਚਾਂ ਤੇ ਸੰਗ ਟੂਟਾ। ਜਦੋਂ ਇਹ ਅੰਦਰੋਂ ਨਿਕਲ ਕੇ ਕਹਿੰਦੇ ਦਰਸ਼ਨ ਦੇਖ ਭਏ ਮਨ ਆਨੰਦ, ਲੈ ਕਹਿੰਦੇ ਪਰਮਾਤਮਾ ਪ੍ਰਗਟ ਖੜਾ, ਅੰਦਰੋਂ ਕੱਢ ਇਹਨਾਂ ਨੂੰ, ਗੁਰ ਕਿਰਪਾ ਤੇ ਛੂਟਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ। ਗੁਰੂ ਰਾਮਦਾਸ ਪਾਤਸ਼ਾਹ ਲਿਖ ਕੇ ਗਾਰੰਟੀ ਕਰਦੇ ਨੇ, ਕਹਿੰਦੇ ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ। ਇਹ ਪੋਸੀਬਲ ਕਿੱਦਾਂ ਹੋਇਆ? ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, RAM ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ। ਜਿਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਸਿਮਰਿਆ ਜਾ ਰਿਹਾ, ਉਹਦੇ ਗੁਣ ਗਾਏ ਜਾ ਰਹੇ ਨੇ, ਜਿਹਦੇ ਅੰਦਰ ਇਹ ਮੈਲ ਰਹੀ ਨਹੀਂ ਹੈ, ਉਹਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਣਾ, ਉਹਨੂੰ ਦਰਸ਼ਨ ਹੋ ਜਾਣੇ ਨੇ। ਤੇ
ਉਸ ਦੀ ਫਿਰ ਮਹਿਮਾ ਗਾਈ ਗਈ ਹੈ, ਉਹਨੂੰ ਫਿਰ ਬਲਵਾਨ ਕਿਹਾ ਗਿਆ, ਉਹਨੂੰ ਫਿਰ ਸੂਰਬੀਰ ਕਿਹਾ ਗਿਆ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨੇ ਆ ਐਡੇ ਪਹਿਲਵਾਨ ਜਿਹੜੇ ਸੂਰਬੀਰ ਹਮੇਸ਼ਾ ਜਿਹੜੇ ਜਕੜ ਕੇ ਰੱਖਦੇ ਸੀ, ਇਦਾਂ ਦਾ ਬਲੀ ਕੌਣ ਹੈ? ਕਹਿੰਦੇ ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਇਸ ਦੁਨੀਆ ਦੇ ਵਿੱਚ ਕਹਿੰਦੇ ਉਹ ਬੰਦਾ ਪੂਰਨ ਹੈ ਜਿਹਨੇ ਇਹਨਾਂ ਨੂੰ ਨਾਮ ਦੇ ਬਾਣਾਂ ਦੇ ਨਾਲ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਢਾਲੇ। ਫਿਰ ਇਸੇ ਸ਼ਬਦ 'ਚ ਅੱਗੇ ਜਾ ਕੇ ਲਿਖਿਆ, ਕਹਿੰਦੇ ਵੱਡੀ ਕੌਮ ਵਸ ਭਾਗੈ ਨਾਹੀ, ਮੁਹਕਮ ਫੌਜ ਹਠਲੀ ਰੇ। ਕਹਿੰਦੇ ਐਸਾ ਕੋੜਮਾ ਐਸਾ ਖਾਨਦਾਨ ਇਹਨਾਂ ਦਾ, ਨਾ ਕਿਸੇ ਦੇ ਕਾਬੂ ਚ ਆਉਂਦੇ ਹੈ, ਨਾ ਕਿਸੇ ਤੋਂ ਇਹ ਡਰਦੇ ਹੈ। ਇਹਨਾਂ ਦੀ ਫੌਜ ਇੰਨੀ ਮਜ਼ਬੂਤ ਹੈ, ਇੰਨੀ ਹੱਠ ਵਾਲੀ ਹੈ। ਕਹਿੰਦੇ ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕੈ ਝਲੀ ਰੇ। ਸਿਰਫ ਉਸ ਬੰਦੇ ਨੇ, ਉਸ ਗੁਰਸਿੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ, ਜਿਹੜਾ ਸਾਧ ਸੰਗਤ ਦੇ ਆਸਰੇ ਦੇ ਵਿੱਚ ਆ ਕੇ ਆਪਣੀ ਰਸਨਾ ਦੇ ਨਾਲ ਨਾਮ ਉਚਾਰ ਕੇ ਜਿਹਨੇ ਮਿਹਨਤ ਕੀਤੀ ਹੈ। ਹੋਰ ਸਿੰਪਲ ਮੈਂ ਇੱਕ ਤੁਕ ਪੜ੍ਹ ਕੇ ਅੱਗੇ ਚੱਲਾਂਗਾ। ਪੰਚ ਮਾਰ ਸਾ ਚੁਰ ਧਾਰੈ। ਅੰਦਰੋਂ ਖਤਮ ਹੋਏ ਨਹੀਂ, ਪਰਮਾਤਮਾ ਤੁਹਾਡੇ ਅੰਦਰ ਪ੍ਰਗਟ ਨਹੀਂ ਹੋਇਆ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾ ਚੁਰ ਧਾਰੈ। ਸੋ ਇਹ ਐਵੇਂ ਨਹੀਂ ਲਿਖਿਆ, ਐਵੇਂ ਇੰਨੀ ਬਾਣੀ ਸਾਨੂੰ ਲਿਖ ਕੇ ਨਹੀਂ ਦਿੱਤੀ ਸਾਡੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਕਿ ਹੈਪਹੈਜ਼ਰਡਲੀ ਤੁਹਾਨੂੰ ਇਹ ਗ੍ਰੰਥ ਬਣਾ ਕੇ ਦੇਤਾ ਤੇ ਤੁਸੀਂ ਇਹਨੂੰ ਢੱਕ ਕੇ ਰੱਖੋ, ਖੂਬਸੂਰਤ ਮਹਿੰਗੇ ਰਮਾਲੇ ਇਹਦੇ ਤੇ ਪਾਓ, ਚਾਨਣੀਆਂ ਲਾਓ, ਪਾਲਕੀਆਂ ਰੱਖੋ ਔਰ ਇਹਨੂੰ ਮੱਥੇ ਟੇਕ ਕੇ ਜਾਈ ਜਾਓ। ਇਹ ਠੀਕ ਹੈ, ਅਸੀਂ ਸਤਿਕਾਰ ਕਰਨਾ ਹੈ, ਉਸ ਆਪਣੇ ਗੁਰਬਾਣੀ ਗੁਰੂ ਦਾ ਪੂਰਾ ਸਤਿਕਾਰ ਕਰੋ, ਕੋਈ ਮਨਾਹੀ ਨਹੀਂ ਹੈ, ਕੋਈ ਦੂਜੀ ਰਾਏ ਨਹੀਂ ਹੈ। ਲੇਕਿਨ ਜੇ ਉਹਨੂੰ ਪੜ੍ਹਿਆ ਹੀ ਨਾ ਤੇ ਫਿਰ ਸਾਡੇ ਪੱਲੇ ਕੀ ਗਿਆ, ਅਸੀਂ ਨਾਲ ਕੀ ਲੈ ਕੇ ਜਾਵਾਂਗੇ? ਜੇ ਅਸੀਂ ਕਾਹਦੇ ਸਿੱਖ, ਪਹਿਲਾਂ ਵੀ ਮੈਂ ਕਿਹਾ ਕਾਹਦੇ ਸਿੱਖ, ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਨਹੀਂ ਮਾਰੇ। ਸੋ ਨਾਮ ਦਾ ਜਪਣਾ ਬੜਾ ਮਸਤ ਹੈ, ਜ਼ਰੂਰੀ ਹੈ। ਇਹੀ ਜਿਹੜੀ ਚੀਜ਼ ਹੈ, ਇਹ ਅਸੀਂ ਸਾਡੇ ਸਿਸਟਮ ਦੇ ਵਿੱਚੋਂ ਮਿਸਿੰਗ ਹੈ। ਔਰ ਪਹਿਲਾਂ ਪੁਰਾਣੇ ਦਿਨਾਂ ਦੇ ਵਿੱਚ ਹਰ ਕੋਈ, ਅਸੀਂ ਸਾਰੇ, ਸਾਡਾ ਜਿਹੜਾ ਬੈਕਗਰਾਊਂਡ ਹੈ ਪੰਜਾਬ ਤੋਂ ਹੈ, ਉੱਥੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਸੀ ਉਹ ਵੀ, ਔਰ ਪਿੰਡਾਂ 'ਚ ਰਹਿਣ ਵਾਲੇ ਵੀ, ਸਵੇਰੇ ਤੜਕੇ ਉਹਨਾਂ ਨੇ ਮੂੰਹ ਮਨੇਰੇ ਉੱਠਣਾ ਔਰ ਰੱਬ ਦਾ ਨਾਮ ਜ਼ਰੂਰ ਲੈਣਾ ਉਹਨਾਂ ਨੇ, ਭਾਵੇਂ ਕੋਈ ਕਿਸ ਤਰ੍ਹਾਂ ਦਾ ਵੀ ਕਿਸੇ ਦਾ ਜੀਵਨ ਸੀ। ਪਰ ਸਵੇਰੇ ਤੜਕੇ ਉੱਠ ਕੇ ਉਹਨਾਂ ਨੇ ਕਿਸੇ ਵੀ ਤਰੀਕੇ ਰੱਬ ਨੂੰ ਜ਼ਰੂਰ ਯਾਦ ਰੱਖਦੇ ਸੀ। ਔਰ ਮੋਸਟਲੀ ਮੈਂ ਆਪ ਦੇਖਿਆ ਕਿ ਉਹਨਾਂ ਨੇ ਵਾਹਿਗੁਰੂ ਦਾ ਉਚਾਰਨ ਉਹ ਕਰਦੇ ਸੀ। ਅਗਲਾ ਸਟੈਪ, ਉਸਾਰ ਮੜੋਲੀ ਰਾਖੈ ਦੁਆਰਾ, ਭੀਤਰ ਬੈਠੀ ਸਾਧਨਾ। ਮੜੋਲੀ ਇਹ ਜਿਹੜਾ ਸਰੀਰ,
ਤੇ ਸਾਧਨਾ ਇਹਦੇ ਵਿੱਚ ਹੀ ਉਹ ਜੀਵ ਇਸਤਰੀ ਹੈ ਜਿਹਨੂੰ ਅਸੀਂ ਮਨ ਕਹਿੰਦੇ ਹਾਂ। ਪਰਮਾਤਮਾ ਨੇ ਐਸੀ ਘਾੜਤ ਘੜੀ ਹੈ, ਐਸਾ ਸਰੀਰ ਸਾਜਿਆ ਬੰਦੇ ਦਾ, 9 ਦਰਵਾਜ਼ੇ ਲਾਤੇ, 10ਵਾਂ ਗੁਪਤ ਰਖਾਇਆ। 10ਵਾਂ ਵੀ ਹੈ ਬੂਹਾ, ਪਰ ਜਿਹੜਾ ਗੁਪਤ ਰੱਖਿਆ ਉਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਪਰ ਇਹ ਜਿਹੜਾ ਜੀਵ ਜਾਂ ਜੀਵ ਇਸਤਰੀ ਇਹਦੇ ਚ ਆ ਕੇ ਟਿਕਿਆ ਸਰੀਰ ਦੇ ਵਿੱਚ, ਉਹ ਤੇ ਇਦਾਂ ਸੋਚਦਾ ਵੀ ਮੈਂ ਸਦਾ ਸਦਾ ਵਾਸਤੇ ਹੀ ਇੱਥੇ ਰਹਿ ਜਾਣਾ। ਉਹ ਕੋਈ ਪਰਵਾਹ ਨਹੀਂ ਹੈ ਉਹਨੂੰ, ਕਾਮ ਦੇ ਵਿੱਚ ਗਰਸਿਆ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਐਸਾ ਗਰਸਿਆ ਉਹ ਜੀਵ, ਉਹ ਸੋਚਦਾ ਕਿ ਮੈਂ ਹੀ ਮੈਂ ਹਾਂ। ਤੇ ਉਹ ਜੀਵ ਇਸਤਰੀ ਜਿਹੜੀ ਹੈ ਉਹ ਦੁਨੀਆ ਦੇ ਜਿਹੜੇ ਚੋਜ ਤਮਾਸ਼ੇ ਨੇ, ਰੰਗ, ਉਹਨਾਂ ਦੇ ਵਿੱਚ ਖੁੱਭੀ ਪਈ ਹੈ। ਤੇ ਦੂਸਰੇ ਪਾਸੇ ਜਿਹੜੇ ਉਹਦੇ ਵੈਰੀ ਨੇ, ਉਹ ਉਹਨੂੰ ਅੰਦਰੋਂ ਨਿੱਕਾ ਨਿੱਕਾ ਕਰਕੇ ਹੌਲੀ ਹੌਲੀ ਲੁੱਟੀ ਜਾ ਰਹੇ ਨੇ। ਉਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਬੜਾ ਸੋਹਣਾ ਸਰੀਰ ਹੈ ਵੀ ਮੇਰਾ, ਇਹਦੇ ਅੰਦਰ ਜਿਹੜੀ ਮੈਂ ਚੱਲਦੀ ਹੈ ਹੰਕਾਰ ਦੇ ਵਿੱਚ, ਮਨ ਕਹਿੰਦਾ ਵੀ ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਬੈਸਟ ਹਾਂ, ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਤੇ ਮੈਂ ਵਿਚਰ ਤਾਂ ਇਦਾਂ ਰਿਹਾ ਇਸ ਦੁਨੀਆ ਦੇ ਵਿੱਚ ਜਿਵੇਂ ਮੇਰਾ ਪਰਮਾਨੈਂਟ ਇੱਥੇ ਨਿਵਾਸ ਹੋਣਾ, ਮੈਂ ਤੇ ਇੱਥੋਂ ਜਾਣਾ ਹੀ ਨਹੀਂ ਕਦੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਜੀਵ ਇਸਤਰੀ ਹੈ ਉਹ ਖੁੱਭੀ ਪਈ ਹੈ, ਤੇ 5 ਜਿਹੜੇ ਚੋਰ ਨੇ ਉਹਨੂੰ ਨਿੱਕਾ ਨਿੱਕਾ ਕਰਕੇ ਲੁੱਟੀ ਜਾ ਰਹੇ ਨੇ। ਬਚੀਏ ਅਸੀਂ ਇਸ ਚੀਜ਼ ਤੋਂ। ਤੇ ਉਹਦਾ ਰਾਸਤਾ ਕੇਵਲ ਨਾਮ ਜਪ ਕੇ ਹੀ ਅਸੀਂ ਇਸ ਚੀਜ਼ ਤੋਂ ਬਚ ਸਕਦੇ ਹਾਂ, ਹੋਰ ਕੋਈ ਦੂਸਰਾ ਰਾਸਤਾ ਨਹੀਂ ਹੈ। ਮਤ ਸਮਝਿਓ ਵੀ ਅਸੀਂ ਐਕਟੀਵਿਟੀਜ਼ ਕਰੀ ਜਾਵਾਂਗੇ। ਮੈਂ ਪਿੱਛੇ ਦੱਸ ਆਇਆ ਵੀ ਸੇਵਾ ਦੇ ਬਾਰੇ ਅਸੀਂ ਦੱਸ ਕੇ ਆਏ ਹਾਂ, ਠੀਕ ਹੈ, ਸੁਸਾਇਟੀ ਦੀ ਸੇਵਾ ਹੈ, ਬੜਾ ਅੱਛਾ ਕਾਰਜ ਹੈ, ਲੇਕਿਨ ਇਹ ਇੱਕ ਨਾਲ ਦੀ ਨਾਲ ਨਾਮ ਦੀ ਸੇਵਾ ਚੱਲਣੀ ਹੈ ਤੁਹਾਡੇ ਸਰੀਰ ਵੱਲੋਂ, ਤੁਹਾਡੇ ਵੱਲੋਂ। ਉਹ ਸੇਵਾ ਤੋਂ ਅਸੀਂ ਨਾ ਖੁੰਝੀਏ। ਸੋ ਕੀ ਹੋਇਆ ਜੇ ਮੈਨੂੰ ਹੰਕਾਰ ਹੈ,
कि एक बंदा जिहड़ा चंगा है वो दूसरा देखे भी ये बड़ा कामी है, क्रोधी है, इनू लोभ है, मोह है, इनू हंकार है, ਉਹਦਾ ਫਿਰ ਬਾਈਕਾਟ ਕਰ ਦਈਏ ਜੀ। ਉਹ ਤੇ ਬਹੁਤ ਮਾੜਾ ਹੋ ਗਿਆ, ਉਹਦਾ ਬਾਈਕਾਟ ਕਰ ਦਈਏ। ਨਹੀਂ, ਉਹ ਕਹਿੰਦੇ ਨਹੀਂ ਨਹੀਂ ਨਹੀਂ, ਕਹਿੰਦੇ ਨਾਮ ਸਾਰਿਆਂ ਵਾਸਤੇ ਹੈ। ਨਾਮ ਕੀ ਕਰਨਾ ਕੀ ਹੈ, ਕਹਿੰਦੇ ਮੁੜ ਕੇ ਆਓ ਜੀ ਰਹਾਓ ਤੇ ਨੰਬਰ 2 ਤੋਂ, ਕਹਿੰਦੇ ਸ੍ਰੀ ਰਾਮ ਨਾਮਾ ਉਚਰ ਬਨਾ ਆਗੇ ਜਮ ਦਲ ਵਿਖਮ ਕਨਾ। ਕਹਿੰਦੇ ਆ ਭੈ ਭਾਵਨੀ ਆਪਣੇ ਅੰਦਰ ਲੈ ਕੇ ਆ ਨਾਮ ਜਪਣ ਵਾਲੀ, ਇਸ ਚੀਜ਼ ਤੋਂ ਵੀ ਬਾਹਰ ਆ ਜਾਏਗਾ। ਜਿਹੜਾ ਤੈਨੂੰ ਇੰਨਾ ਹੰਕਾਰ ਚੜਿਆ ਵੀ ਮੇਰਾ ਸਰੀਰ ਬੜਾ ਵਧੀਆ ਹੈ, ਆਈ ਐਮ ਦਾ ਬੈਸਟ, ਆਪਣੇ ਆਪ ਨੂੰ ਸੋਚ ਲਿਆ ਵੀ ਮੈਂ ਇੱਥੇ ਹਮੇਸ਼ਾ ਹਮੇਸ਼ਾ ਵਾਸਤੇ ਰਹਿਣਾ। ਮੀਨਿੰਗ ਵੀ ਇਹੀ ਲਿਖਿਆ ਇੱਥੇ, ਪਰ ਇਹ ਜੀਵ ਇਸਤਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ ਦੁਨੀਆ ਵਾਲੇ ਚੋਜ ਤਮਾਸ਼ੇ ਕਰਦੀ ਰਹਿੰਦੀ ਹੈ। ਤੇ ਉਹ ਵੈਰੀ ਕਾਮਾਦਕ ਪੰਜੇ ਜਾਣੇ ਅੰਦਰੋਂ ਭਲੇ ਗੁਣ ਲੁੱਟਦੇ ਰਹਿੰਦੇ ਹਨ। ਕੀ ਇਹਦਾ ਕੋਈ ਬਚਾਅ ਨਹੀਂ ਹੋ ਸਕਦਾ? ਹੋ ਸਕਦਾ ਭਾਈ, ਕਿਉਂ ਨਹੀਂ ਹੋ ਸਕਦਾ? ਕਹਿੰਦੇ ਆਓ ਸ੍ਰੀ ਰਾਮ ਨਾਮਾ ਉਚਰ ਮਨਾ, ਕਹਿੰਦੇ ਮਨ ਨੂੰ ਸਮਝਾਓ, ਨਾਮ ਜਪੋ, ਸਾਰਾ ਕੁਝ ਠੀਕ ਕੀਤਾ ਜਾ ਸਕਦਾ ਹੈ। ਢਾਏ ਮੜੋਲੀ ਲੁੱਟਿਆ ਦੇਹਰਾ, ਸਾਧ ਹਨ ਪਕੜੀ ਏਕ ਜਨਾ। ਆਖਰ ਜਿਹੜੀ ਉਹ ਜਮਾਂ ਦੀ ਫੌਜ ਸੀ, ਉਹਨੇ ਸਰੀਰ ਨੂੰ ਢਾਹ ਕੇ ਇਹ ਮੰਦਰ ਸਾਰਾ ਲੁੱਟ ਲਿਆ, ਜੀਵ ਇਸਤਰੀ ਨੂੰ ਕਾਬੂ ਕਰ ਲਿਆ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ। ਆ ਜਾਂਦੀ ਹੈ ਮੌਤ, ਆ ਜਾਣੀ ਆ, ਸਭ ਦਾ ਅਖੀਰਲਾ ਟਾਈਮ ਆਉਣਾ ਇੱਕ ਦਿਨ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਨਾ। ਉਸ ਵੇਲੇ ਫਿਰ ਇਹ ਪੰਜ ਸਾਨੂੰ ਲੱਭਣੇ ਨਹੀਂ ਹੈ। ਜਾਂ ਤੇ ਇਹਨਾਂ ਨੂੰ ਜਿਉਂਦੇ ਜੀ ਨਾਮ ਜਪ ਕੇ, ਸ਼ਬਦ ਦਾ ਅਭਿਆਸ ਕਰਕੇ, ਕਮਾਈ ਕਰਕੇ ਜਿਉਂਦੇ ਜੀ ਇਹਨਾਂ ਨੂੰ ਮਾਰ ਦਿਓ। ਤੇ ਜੇ ਇਹ ਸੋਚੀ ਬੈਠੇ ਆ ਕਿ ਇਹੀ ਲਾਈਫ ਹੈ, ਇੱਕੋ ਵਾਰੀ ਜ਼ਿੰਦਗੀ ਮਿਲੀ ਹੈ, ਜਿੰਨਾ ਇੰਜੋਏ ਕਰਨਾ ਕਰ ਲਈਏ, ਜੇ ਇਹ ਸੋਚ ਕੇ ਜੀਵਨ ਜਿਉਣਾ ਤੇ ਅਖੀਰਲੇ ਵੇਲੇ ਇਹ ਕਈ ਕਹਿੰਦੇ ਜੀ ਇਹ ਤੇ ਨੈਚੁਰਲ ਹੈ, ਇਹ ਤੇ ਨੈਚੁਰਲ ਹੈ। ਜੇ ਸਾਰਾ ਕੁਝ ਨੈਚੁਰਲ ਹੀ ਹੈ, ਆਰਾਮ ਨਾਲ ਵਿਹਲੇ ਹੋ ਕੇ ਬੈਠੋ, ਫਿਰ ਕਿਉਂ ਦੌੜ ਭੱਜ ਨਹੀਂ ਲਾਈ ਹੈ? ਕਾਹਦੀ ਦੌੜ ਭੱਜ ਹੈ? ਉਹ ਵੀ ਫਿਰ ਨੈਚੁਰਲ ਰਹਿਣ ਦਿਓ, ਜੋ ਮਿਲੂਗਾ ਖਾਣ ਨੂੰ ਉਹ ਖਾਈ ਜਾਇਓ, ਜਿੱਦਾਂ ਦਾ ਘਰ ਮਿਲੂਗਾ ਰਹਿਣ ਨੂੰ ਉਹਦੇ 'ਚ ਰਹੀ ਜਾਇਓ। ਉਹ ਜਿਹੜਾ ਜਮਾਂ ਦਾ ਬ੍ਰਿਗੇਡ ਹੈ, ਇੱਕ ਦਿਨ ਆ ਕੇ ਉਹਨੇ ਸਾਨੂੰ ਘੇਰ ਲੈਣਾ ਭਾਈ। ਇਹ ਜਿਹੜੀ ਜੀਵ ਇਸਤਰੀ ਅੰਦਰੋਂ ਖਿੱਚ ਕੇ ਉਹਨਾਂ ਨੇ ਕੱਢ ਲੈਣਾ ਹੈ ਸਰੀਰ ਦੇ ਵਿੱਚੋਂ ਮਨ, ਜਿਹੜਾ ਸਾਨੂੰ ਐਡੇ ਵੱਡੇ ਸਰੀਰ ਨੂੰ ਭਜਾਈ ਫਿਰਦਾ। ਕਿਉਂ? ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ ਜਨਾ। ਇਹਨਾਂ ਪੰਜਾਂ ਨੇ ਉਦੋਂ ਸਾਥ ਨਹੀਂ ਦੇਣਾ। ਇਸੇ ਕਰਕੇ ਆਪਾਂ ਉਹ ਸ਼ਬਦ ਲਿਆ ਸੀ ਗੌੜੀ ਸੁਖਮਨੀ ਚੋਂ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ।
ਕੀ ਹੋਇਆ ਜੇ ਇਹ ਸਰੀਰ ਨਹੀਂ ਰਹਿਣਾ, ਜੇ ਇਹਦੇ ਵਿੱਚੋਂ ਜਿੰਦ ਨਿਮਾਣੀ ਕੱਢ ਕੇ ਜਮਾਂ ਨੇ ਲੈ ਜਾਣੀ ਹੈ, ਕੀ ਹੋਇਆ? ਕੀ ਤੂੰ ਕਰ? ਹੱਲੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆ ਇੱਧਰ ਨੂੰ ਆ ਰਹਾਓ ਤੇ ਮੁੜ ਕੇ ਸ੍ਰੀ ਰਾਮ ਨਾਮਾ ਉੱਚਰ ਮਨਾ। ਇਹ ਮਨ ਤੂੰ ਨਾਮ ਦਾ ਜਪਣਾ ਕਰ। ਵਾਹਿਗੁਰੂ 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 ਵਾਹਿਗੁਰੂ। ਸ਼ਬਦ ਦਾ ਚੌਥਾ ਅੰਕ ਹੈ, ਕਾਮਣ ਲੋੜੈ ਸੋਇ ਨਾ ਰੂਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਇਹ ਸਾਡੇ ਜੀਵਨ ਚੋਂ ਐਗਜ਼ਾਮਪਲਸ ਨੇ। ਨਾਰਮਲ ਜਿਹੜਾ ਜੀਵਨ ਹੈ, ਉਹ ਬੰਦੇ ਦੀ ਵਹੁਟੀ ਕਹਿੰਦੀ ਹੈ ਵੀ ਮੈਨੂੰ ਤੇ ਆਹ ਹਾਰ ਚਾਹੀਦਾ, ਮੈਨੂੰ ਤੇ ਆ ਕੰਨਾਂ ਦੀਆਂ ਵਾਲੀਆਂ ਚਾਹੀਦੀਆਂ ਸੋਨੇ ਦੀਆਂ। ਤੇ ਦੋਸਤ ਮਿੱਤਰ ਕਹਿੰਦੇ ਲਿਆ ਵੀ ਕੋਈ ਪਾਰਟੀ ਪੂਰਟੀ ਕਰੀਏ, ਘਰ ਲਿਆ ਨਵਾਂ ਮੁੰਡਾ ਹੋਇਆ, ਲਿਆ ਵੀ ਪਾਰਟੀ ਕਰੀਏ। ਉਹ ਵੀ ਕਹਿੰਦੇ ਆਹੀ ਚੀਜ਼ਾਂ ਵੀ ਚੱਲ ਆ ਵੀ ਆਨੰਦ ਲਈਏ, ਪਾਰਟੀ ਕਰੀਏ, ਖਾਈਏ ਪੀਏ। ਤੇ ਉਹਦੇ ਲਈ ਤੇ ਫਿਰ ਹੁਣ ਧਨ ਦੀ ਲੋੜ ਹੈ। ਬੰਦੇ ਕੋਲ ਬੋਝੇ 'ਚ ਗਾਜਰਾਂ ਤੇ ਲਾਹੌਰ ਦਾ ਸ਼ੌਕੀਨ, ਉਹ ਕਿੱਦਾਂ ਗੱਲ ਬਣੂ ਵੀ ਸੋਨੇ ਦੀਆਂ ਵਾਲੀਆਂ, ਇੰਨਾ ਮਹਿੰਗਾ ਸੋਨਾ ਕਿੱਦਾਂ ਬਣਵਾ ਕੇ ਦੇਣੀਆਂ ਘਰ ਵਾਲੀ ਨੂੰ। ਫਿਰ ਕਹਿੰਦੇ ਬੰਦਾ ਕੀ ਕਰਦਾ ਵੀ, ਕਾਮਣ ਲੋੜੈ ਸੋਇ ਨਾ ਰੂਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਕਹਿੰਦੇ ਫਿਰ ਇਹਨਾਂ ਦੀ ਖਾਤਰ, ਇਹ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਖਾਤਰ ਜਿਹੜਾ ਜੀਵ ਹੈ, ਮਨ ਹੈ ਜਿਹੜਾ, ਫਿਰ ਉਹ ਪਾਪ ਕਰਾਉਂਦਾ। ਉਹ ਫਿਰ ਪਾਪ ਕਰਾਉਂਦਾ ਹੈ। ਉਹ ਕਹਿੰਦਾ ਵੀ ਇਹ ਤਨਖਾਹ ਦੇ ਵਿੱਚ ਤੇ ਨਹੀਂ ਸਰਨਾ, ਆਹ ਹੁਣ ਕੰਮ ਇਦਾਂ ਕੀਤਾ ਜਾ ਸਕਦਾ। ਇੱਥੋਂ ਫਿਰ ਆਪਾਂ ਪੈਸਾ ਬਣਾ ਸਕਦੇ ਹਾਂ। ਸੋ ਇਹਨਾਂ ਸਾਰਿਆਂ ਦੀ ਖਾਤਰ ਫਿਰ ਜਿਹੜਾ ਮਨ ਹੈ, ਜਿਹੜਾ ਜੀਵ ਹੈ, ਜਿਹੜਾ ਬੰਦਾ ਹੈ, ਉਹ ਫਿਰ ਪਾਪ ਕਰਦਾ। ਪਾਪਾਂ ਬਾਝੋਂ ਇਹ ਮਾਇਆ ਜਿਹੜੀ ਇਕੱਠੀ ਨਹੀਂ ਕੀਤੀ ਜਾ ਸਕਦੀ। ਇਹਦੇ ਬੜੇ ਸਬੂਤ ਨੇ ਗੁਰਬਾਣੀ 'ਚ। ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਸ਼ਬਦ ਹੈ, ਕਹਿੰਦੇ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਇਹ ਸਭ ਤੋਂ ਉੱਤਮ ਜਿਹੜੀ ਹੱਥਾਂ ਦੀ ਕਿਰਤ ਮੰਨੀ ਗਈ ਹੈ, ਕਿਸਾਨੀ ਦੀ ਕਿਰਤ ਸਭ ਤੋਂ ਉੱਤਮ ਮੰਨੀ ਗਈ ਹੈ। ਸ਼ਬਦ ਸ਼ੁਰੂ ਹੀ ਇੱਥੋਂ ਕੀਤਾ, ਕਹਿੰਦੇ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਕਹਿੰਦੇ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਕਹਿੰਦੇ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕੀ ਹੋਣਾ ਹੈ, ਕਿਸਾਨ ਨੂੰ ਥੋੜਾ ਪਤਾ ਹੈ। ਕਣਕ ਬੀਜਦਾ ਹੈ, ਜੀਰੀ ਲਾਉਂਦਾ ਹੈ, ਉਹਨੂੰ ਕੀ ਪਤਾ ਰਿਜ਼ਲਟ ਕਿੱਦਾਂ ਦਾ ਨਿਕਲਣਾ, ਕਿੰਨਾ ਮੌਸਮ ਖਰਾਬ ਹੋ ਜੇ, ਫਸਲ ਤਬਾਹ ਹੋ ਜੇ। ਕੋਈ ਪਤਾ ਨਹੀਂ ਫਿਊਚਰ ਦਾ। ਉਸ ਸ਼ਬਦ ਦੇ ਵਿੱਚ ਫਿਰ ਦੂਸਰੇ ਨੰਬਰ ਤੇ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਨੇ ਗੱਲ ਕੀਤੀ ਹੈ। ਕਹਿੰਦੇ
बिख संचय हटवाणियां बह हाट कमाए। आ कर लो जी बिजनेस, ਜਿਹੜੇ ਬਿਜ਼ਨਸ ਕਰਦੇ ਆ। ਮਹਾਰਾਜ ਨੇ ਲਿਖ ਕੇ ਦੱਸ ਦਿੱਤਾ, ਜਿਹੜਾ ਬਿਜ਼ਨਸ ਹੈ, ਆਪਣਾ ਜਿਹੜਾ ਕੰਮ ਹੈ, ਉਹਦੇ 'ਚ ਜ਼ਹਿਰ ਜ਼ਿਆਦਾ ਇਕੱਠੀ ਹੁੰਦੀ ਜੇ। ਹਾਂ, ਕੋਈ ਸੁਲਝਿਆ ਹੋਇਆ ਬੰਦਾ ਨਾਮ ਦੀ ਭੈ ਭਾਵਨੀ ਗੁਰਬਾਣੀ ਦੀ ਗੁਰਬਾਣੀ ਦੇ ਅਮਲ ਜਿਹਦੇ ਅੰਦਰ ਆ ਜਾਣ, ਉਹ ਆਪ ਵੀ ਓਨੈਸਟੀ ਦੀ ਕਮਾਈ ਕਰ ਸਕਦਾ, ਦੂਸਰਿਆਂ ਦਾ ਵੀ ਭਲਾ ਕਰ ਸਕਦਾ। ਉਹਦੀ ਵਜ੍ਹਾ ਕਰਕੇ ਕਿਸੇ ਹੋਰ ਦੇ ਘਰ ਵੀ ਚੁੱਲ੍ਹਾ ਬਾਲ ਸਕਦਾ। ਇਹ ਵੀ ਬੜਾ ਵੱਡਾ ਉਦਮ ਹੈ, ਪਰ ਇਹ ਬਖਸ਼ਿਸ਼ ਦੇਣੀ ਹੈ ਅਕਾਲ ਪੁਰਖ ਨੇ। ਇਹ ਅਕਾਲ ਪੁਰਖ ਤੋਂ ਬਿਨਾਂ ਬਖਸ਼ਿਸ਼ ਨਹੀਂ ਹੋ ਸਕਦੀ। ਅਸੀਂ ਤੇ ਅਰਦਾਸ ਕਰਨੀ ਹੈ, ਅਰਦਾਸ ਕਰਨੀ ਹੈ ਵੀ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ। ਗਰੀਬੀ ਦੇ ਵਿੱਚ ਰਹਿ ਕੇ ਨਾਮ ਜਪਣਾ। ਇਹ ਨਾ ਕਿਤੇ ਸੋਚ ਲਈ ਵੀ ਮੈਂ ਨਾਮ ਜਪਦਾ ਤੇ ਮੈਂ ਬੜਾ ਚੰਗਾ ਸਿੱਖ ਹਾਂ। ਉਹ ਫੇਰ ਜਿਹੜਾ ਸੌਦਾ ਜਿਹੜਾ ਉਹ ਘਾਟੇ ਦਾ ਹੋ ਜਾਣਾ, ਉਹਨੇ ਹੰਕਾਰ ਚੜੀ ਜਾਣਾ। ਇੱਕ ਭਾ ਲੱਥੀ ਨਹਾਤਿਆਂ, ਦੋਏ ਭਾ ਚੜੀ ਇਸ ਹੋਰ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ ਦੋਏ ਭਾ ਚੜੀ ਇਸ ਹੋਰ। ਕਿਲੋ ਦੀ ਮੈਲ ਜਿਹੜੀ ਉਹ ਤੀਰਥ ਤੇ ਜਾ ਕੇ ਨਹਾ ਕੇ ਲਾਉਣ ਗਏ ਸੀ, ਤੇ 2 ਕਿਲੋ ਚੜਾ ਕੇ ਲੈਂਦੀ ਉੱਥੋਂ ਹੰਕਾਰ ਦੀ। ਤੇ ਹੌਲੀ ਹੌਲੀ ਸ਼ਰਨ 'ਚ ਜਾ ਕੇ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਆ ਕੇ ਅਸੀਂ ਨਾਮ ਜਪਣਾ। ਸੋ ਇਹ ਨਾ ਹੋਏ ਕਿਤੇ ਅਸੀਂ ਇਸ ਗਿਆਨ ਤੋਂ ਸੱਖਣੇ ਰਹਿ ਜਾਈਏ ਤੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਨਿੱਕਾ ਨਿੱਕਾ ਕਰਕੇ ਸਾਨੂੰ ਲੁੱਟੀ ਜਾਣ, ਤੇ ਅਸੀਂ ਸੋਚੀਏ ਵੀ ਅਸੀਂ ਗੁਰਦੁਆਰੇ ਜਾ ਰਹੇ ਹਾਂ, ਬਾਣੀ ਸੁਣ ਰਹੇ ਹਾਂ, ਪਾਠ ਕਰ ਰਹੇ ਹਾਂ, ਨਿਤਨੇਮ ਕਰੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਤੇ ਬਣਦਾ ਕੁਛ ਵੀ ਨਹੀਂ। ਉਹ ਕਿਉਂਕਿ ਸਾਡਾ ਅਸੀਂ ਕਮਾਈ ਨਹੀਂ ਕਰ ਰਹੇ ਉਸ ਚੀਜ਼ ਦੀ, ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਵੀ ਅਸੀਂ ਬਾਣੀ ਤੇ ਅਮਲ ਕਰਕੇ ਇਹਨੂੰ ਖਜ਼ਾਨੇ ਨੂੰ ਅੰਦਰ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰੀਏ। ਸੋ ਕੀ ਹੋਇਆ ਜੇ ਮੇਰੇ ਤੋਂ ਭੁੱਲ ਹੋ ਗਈ ਹੈ, ਮੈਂ ਆਪਣੀ ਕਿਰਤ ਕਮਾਈ ਛੱਡ ਕੇ ਮੈਂ 2 ਨੰਬਰ ਦੀ ਕਮਾਈ ਕੀਤੀ ਹੈ, ਤੇ ਘਰ ਵਾਲੀ ਨੂੰ ਗਹਿਣੇ ਬਣਾ ਬਣਾ ਦਿੰਦਾ ਰਿਹਾ, ਆਪਣੇ ਦੋਸਤਾਂ ਮਿੱਤਰਾਂ ਨੂੰ ਖੁਸ਼ ਕਰਦਾ ਰਿਹਾ, ਬਸ ਛੱਡ ਦਈਏ? ਕਹਿੰਦੇ ਨਹੀਂ, ਕੋਸ਼ਿਸ਼ ਕਰ ਯਾਰ, ਆ ਇੱਧਰ ਨੂੰ ਆ, ਤੂੰ ਵੀ ਮੇਰਾ ਭਰਾ ਹੈ, ਆ ਮੇਰੇ ਨਾਲ ਆ, ਬੈਠ ਕੇ ਨਾਮ ਜਪੀਏ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਨਾ। बल छुटक्यो बंधन परे कछु न होत उपाए। अकाल पुरख दे नाम तो विछड़ के माया दे मोह दियां फाइयां साडे गल च पै जांदियां ने। अंदरों आत्मक ताकत जिहड़ी आ वो मुकनी शुरू हो जाती है, अंदरों बल जिहड़ी ताकत है वो जाना शुरू हो जाता है। माया दा टाकरा करन वास्ते
ਕੁਛ ਸੁਝਦਾ ਨਹੀਂ ਹੈ ਬੰਦੇ ਨੂੰ। ਕਹਿੰਦੇ ਕਹੋ ਨਾਨਕ, ਕਹੋ ਜਿਹੜਾ ਹਾਹੇ ਨੂੰ ਔਂਕੜ ਹੈ, ਇਹ ਹੁਕਮ ਹੈ ਬਾਬੇ ਨਾਨਕ ਦੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜਾ ਜੋ ਨਾਮ ਸ਼ਬਦ ਸਾਨੂੰ ਦਿੱਤਾ ਹੈ, ਅਸੀਂ ਉਹਦੀ ਓਟ ਚਾਹੀਏ, ਉਹਦੀ ਰਜ਼ਾ ਦੇ ਵਿੱਚ ਆਈਏ। ਕਹੋ ਨਾਨਕ ਅਬ ਓਟ ਹਰ, ਉਹਨੂੰ ਕਹਿ ਕੇ ਉਹਦੀ ਓਟ ਚ ਆਇਆ ਜਾ ਸਕਦਾ। ਗੱਜ ਜਿਉਂ ਹੋ ਸਹਾਏ। ਫਿਰ ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਤੂੰ ਕਹਿੰਦੇ ਓਟ ਚ ਉਹਦੀ ਸ਼ਰਨ ਦੇ ਵਿੱਚ ਆ ਤੇ ਸਹੀ। ਗੁਰ ਗੁਰ ਕਰਤ ਸ਼ਰਨ ਜੇ ਆਵੇ, ਤੂੰ ਕਹਿੰਦੇ ਸ਼ਰਨ ਦੇ ਵਿੱਚ ਆ ਤੇ ਸਹੀ। ਤੈਨੂੰ ਬਲ ਵੀ ਮਿਲ ਜੂ, ਤੇਰੇ ਬੰਧਨ ਵੀ ਟੁੱਟ ਜਾਣੇ ਆ, ਹੋਰ ਸਭ ਕੁਛ ਕਹਿੰਦੇ ਤੇਰਾ ਕਰ ਦਾਂਗੇ। ਆ ਤੇ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਆ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਤੇ ਜਦੋਂ ਅਸੀਂ ਉਹਦੇ ਭਾਣੇ 'ਚ ਚੱਲਾਂਗੇ ਤੇ ਅਕਾਲ ਪੁਰਖ ਕਿਉਂ ਨਹੀਂ ਸਹਾਈ ਹੋਊਗਾ? ਕਿਉਂ ਨਹੀਂ ਸਾਡੀ ਮਦਦ ਕਰੂਗਾ ਅਕਾਲ ਪੁਰਖ? ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਹਿਆ, ਸਤਿਗੁਰ ਪੂਰੈ ਸਾਚ ਕਹਿਆ। ਸੋ ਭਾਈ ਨਾਮ ਨਾ ਛੱਡੀਏ। ਜਿਹੜੇ ਕਹਿ ਦਿੰਦੇ ਨੇ ਜੀ ਨਾਮ ਤੋਤਾ ਰੱਟਣੀ ਹੈ, ਇਹਦੇ ਨਾਲ ਕੱਖ ਨਹੀਂ ਬਣਨਾ, ਉਹ ਗਲਤ ਰਾਹ ਤੇ ਜਾ ਰਹੇ। ਮੈਂ ਹੋਰ ਕੁਛ ਨਹੀਂ ਉਹਨਾਂ ਲਈ ਕਹਿ ਸਕਦਾ। ਕਿਉਂਕਿ ਮੈਂ ਇਹ ਸੋਚ ਕੇ ਚੱਲਿਆ ਕਿ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਇਹ ਸਭ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹਰ ਕੋਈ ਆਪਣਾ ਆਪਣਾ ਜਿਹੜਾ ਉਹ ਰੋਲ ਇੱਥੇ ਨਿਭਾ ਰਿਹਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ मेरो ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਭਾਈ ਨਾਮ ਦਾ ਜਪਣਾ ਨਾ ਛੱਡੀਏ, ਕੋਸ਼ਿਸ਼ ਕਰੀਏ ਉੱਠਦਿਆਂ ਬੈਠਦਿਆਂ, ਸਵੇਰੇ ਦੁਪਹਿਰੇ ਸ਼ਾਮ, ਕੋਈ ਵਹਿਮ ਨਹੀਂ ਹੈ। ਜਦੋਂ ਮਨ ਕਰੇ ਉਦੋਂ ਸ਼ਬਦ ਦਾ ਜਿਹੜਾ ਹੈ ਉਚਾਰਨਾ ਕਰੀਏ। ਜਦੋਂ ਸਾਡਾ ਮਨ ਉਸ ਸ਼ਬਦ ਦੇ ਵਿੱਚ ਲੱਗ ਗਿਆ ਤੇ ਜਮ ਲਜਾਏ ਕਰ ਭਾਗਾ। ਉਹ ਫਿਰ ਅਸੀਂ ਜਮ ਦੇ ਜਿਹੜੇ ਵਸ ਚੋਂ ਬਾਹਰ ਆ ਜਾਵਾਂਗੇ। ਉਹ ਸ਼ਰਮ ਖਾ ਕੇ ਉਹਨੇ ਭੱਜ ਜਾਣਾ ਸਾਡੇ ਤੋਂ ਦੂਰ। ਜਿਨ ਗੁਰ ਸੇਵਿਆ, ਆਪਣਾ ਜਮਦੂਤ ਨਾ ਲਾਗੇ ਡੰਡ। ਪਰ ਜੇ ਦੂਸਰੇ ਪਾਸੇ ਅੰਧੀ ਨਾਮ ਨਾ ਚੇਤਈ, ਸਭ ਬੰਧੀ ਜਮ ਕਾਲ। ਅਸੀਂ ਬਚੀਏ ਇਸ ਤੋਂ। ਜਿੰਨਾ ਜਿੰਨਾ ਸਾਨੂੰ ਸ਼ਬਦ ਦਾ ਗਿਆਨ ਹੁੰਦਾ ਜਾ ਰਿਹਾ ਹੈ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਆਪਾਂ ਗੁਰਬਾਣੀ ਚੋਂ ਲੱਭ ਲੱਭ ਕੇ ਉਹਨੂੰ ਸਾਂਝ ਪਾਈਏ ਇੱਕ ਦੂਜੇ ਦੇ ਨਾਲ।
ਤੇ ਆਪਣਾ ਜਿਹੜਾ ਜਨਮ ਹੈ ਉਹ ਵੇਸਟ ਨਾ ਜਾਣ ਦੀਏ। ਘੱਟੋ ਘੱਟ ਓਨਾ ਕੰਮ ਜ਼ਰੂਰ ਕਰ ਲਈਏ ਜਿਹੜਾ ਸਾਡੇ ਲਈ ਸਹਾਈ ਹੋਣਾ। ਕੀ ਕਰੀਏ? ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਨਾ। ਬਚੀਏ ਇਸ ਤੋਂ। ਰੋਜ਼ ਅਸੀਂ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚੱਲੈ ਚੁਭੈ ਦੁਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਪਰ ਇਹਨਾਂ ਨੂੰ ਯਾਦ ਵੀ ਤੇ ਰੱਖਣਾ ਨਾ। ਇਹ ਰੋਜ਼ ਦੀ ਬਾਣੀ ਚੋਂ ਹੈ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਇਹਦਾ ਮਤਲਬ ਰਸ ਵੀ ਆਉਣਾ ਹੈ ਸਾਨੂੰ, ਔਰ ਜਦੋਂ ਤੱਕ ਸਾਡੀ ਰਸ ਦੀ ਅਵਸਥਾ ਨਹੀਂ ਆਏਗੀ ਉਦੋਂ ਤੱਕ ਅਸੀਂ ਜਮ ਦੇ ਵਸ 'ਚ ਹਾਂ। ਸੋ ਆਪ ਮਿਹਨਤ ਕਰਨੀ ਹੈ। याद रखने ने गुरु के शब्द, जिहवे अमृत गुण हर गाओ, हर हर बोल कथा सुन हर की, उच्चरो प्रभ को नाओ। बाणी बड़े उच्च हद्दी वैण ने गुरु नानक पातशाह दे। कदे भी कोई भी दावा नहीं कर सकता कि मैं जो भी कह रहा ठीक कह रहा, पर हरेक का फर्ज है कि वो अपने गुरु नूं जाने। जिन्ना जिन्ना भी हो सकता है गुरबाणी नूं पढ़ो, खोजो, ਸਾਂਝ ਪਾਓ। ਇੱਥੇ ਆਪਾਂ ਡਿਸਕਸ਼ਨ ਵਾਸਤੇ ਆਪਾਂ ਗਰੁੱਪ ਬਣਾਇਆ ਤੇ ਆਪਾਂ ਇੱਥੇ ਸਾਰੇ ਰਲ ਕੇ ਉਸ ਮੁਸ਼ਕਲ ਦਾ ਜਿਹੜੀ ਚੀਜ਼ ਸਾਨੂੰ ਨਹੀਂ ਸਮਝ ਆ ਰਹੀ ਆਪਾਂ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਪਾਤਸ਼ਾਹ ਨੇ ਆਪ ਸੇਵਾ ਲਈ ਹੈ। ਮੇਰੀ ਸਿਹਤ ਵੀ ਅੱਜ ਬਹੁਤ ਹੀ ਵਧੀਆ ਨਹੀਂ ਸੀ, ਪਰ ਪਾਤਸ਼ਾਹ ਨੇ ਆਪ ਹੀ ਉਦਮ ਕਰਾ ਦਿੱਤਾ। ਗੁਰੂ ਪਾਤਸ਼ਾਹ ਤਰਸ ਰੱਖਣ ਸਾਡੇ ਸਾਰਿਆਂ ਤੇ, ਸਾਨੂੰ ਆਪਣੇ ਦਰੋਂ ਘਰੋਂ ਨਾਮ ਦੀ ਬਖਸ਼ਿਸ਼ ਕਰਨ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।